ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਵਨ ਪੰਜਾਬੀ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਪ੍ਰੋਗਰਾਮ ਖੋਜ ਦਰਪਣ ਦੇ ਵਿੱਚ। ਦਰਸ਼ਕੋ, ਅੱਜ ਜਿਹੜਾ ਵਿਸ਼ਾ ਤੁਹਾਡੇ ਸਾਹਮਣੇ ਲੈ ਕਰਕੇ ਹਾਜ਼ਰ ਹੋਏ ਹਾਂ, ਇਹ ਵਿਸ਼ਾ ਬੜਾ ਹੀ ਰੋਚਕ ਹੈ ਤੇ ਬੜਾ ਹੀ ਗੰਭੀਰ ਹੈ। ਆਪਾਂ ਅੱਜ ਗੱਲ ਕਰਾਂਗੇ ਜਿਸ ਵਿਸ਼ੇ ਨੂੰ, ਜਿਸ ਗ੍ਰੰਥ ਨੂੰ ਦਸਮ ਪਾਤਸ਼ਾਹੀ ਕਾ ਗ੍ਰੰਥ, ਬਚਿੱਤਰ ਨਾਟਕ ਅਤੇ ਹੋਰ ਕਈਆਂ ਹੀ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਇਹ ਗ੍ਰੰਥ ਕਿਵੇਂ ਸਿੱਖ ਧਰਮ ਦੇ ਵਿੱਚ ਆਇਆ, ਕਿਹਨਾਂ ਨੇ ਲਿਖਿਆ, ਕੀ ਪ੍ਰਮਾਣਿਕਤਾ ਹੈ ਅਤੇ ਕੀ ਇਸ ਬੀੜਾਂ ਦੇ ਜੋ ਸਬੂਤ ਸਾਨੂੰ ਮਿਲਦੇ ਹਨ, ਇਸ ਬਾਰੇ ਪੂਰੀ ਜਾਣਕਾਰੀ ਸਾਨੂੰ ਦੇਣ ਵਾਸਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਸਿੱਖ ਧਰਮ ਦੀਆਂ ਬੜੀਆਂ ਮਾਇਆਨਾਜ਼ ਹਸਤੀਆਂ, ਸਤਿਕਾਰਯੋਗ ਸ਼ਖਸੀਅਤਾਂ, ਮਾਰਤੰਡ ਵਿਦਵਾਨ ਸਾਡੇ ਵਿੱਚ ਹਾਜ਼ਰ ਨੇ ਅਤੇ ਆਓ ਉਹਨਾਂ ਨਾਲ ਤੁਹਾਡੀ ਸਾਂਝ ਕਰਵਾਈਏ ਜੀ। ਸਭ ਤੋਂ ਪਹਿਲਾਂ ਗਿਆਨੀ ਹਰਦੀਪ ਸਿੰਘ ਜੀ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਜੋ ਹਜ਼ੂਰੀ ਕਥਾਵਾਚਕ ਅਤੇ ਸਾਬਕਾ ਹੈੱਡ ਗ੍ਰੰਥੀ ਰਹੇ, ਹਜ਼ੂਰੀ ਟਕਸਾਲ ਸ੍ਰੀ ਹਜ਼ੂਰ ਸਾਹਿਬ ਵਾਲੇ। ਉਹਨਾਂ ਦੇ ਨਾਲ ਹੀ ਸਜੇ ਬੈਠੇ ਹਨ ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ, ਵੇਦਾਂਤਾਚਾਰਿਆ, ਕਾਸ਼ੀ ਬਨਾਰਸ ਨਿਰਮਲ ਪੰਚਾਇਤੀ ਅਖਾੜਾ। ਅਤੇ ਇੱਧਰ ਇਹਨਾਂ ਦੇ ਨਾਲ ਹੀ ਸਜੇ ਬੈਠੇ ਹਨ ਸ੍ਰੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਪ੍ਰਚਾਰਕ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ, ਜੋ ਭਾਈ ਨੰਦ ਲਾਲ ਜੀ ਟਕਸਾਲ ਸਰਵਲ ਬੁੰਗਾ ਚਲਾ ਰਹੇ ਹਨ। ਅਤੇ ਨਾਲ ਹੀ ਉੱਧਰ ਸਜੇ ਬੈਠੇ ਹਨ ਗਿਆਨੀ ਗੁਰਜੰਟ ਸਿੰਘ ਜੀ, ਮੁਖੀ ਪੁਰਾਤਨ ਗ੍ਰੰਥ ਸੰਭਾਲ ਸੇਵਾ ਸੁਸਾਇਟੀ ਪਟਿਆਲਾ ਦੇ ਮੁਖੀ, ਅਤੇ ਉਹਨਾਂ ਦੇ ਨਾਲ ਸਰਦਾਰ ਜਸਬੀਰ ਸਿੰਘ ਜੀ ਕੋਹਾਲਾ, ਗੁਰਸ਼ਬਦ ਪ੍ਰਚਾਰ ਸੰਸਥਾ ਜਲੰਧਰ, ਜਿਹੜੇ ਬੜੇ ਹੀ ਦਸਮ ਗ੍ਰੰਥ ਸਾਹਿਬ ਦੇ ਮਾਰਤੰਡ ਵਿਦਵਾਨ ਹਨ। ਇਹ ਸਾਰੇ ਹੀ ਵਿਦਵਾਨ ਅੱਜ ਸਾਡੇ ਸਟੂਡੀਓ ਦੇ ਵਿੱਚ ਇਕੱਤਰ ਹੋਏ ਹਨ ਅਤੇ ਆਗਾਜ਼ ਕਰਦੇ ਹਾਂ ਜੀ ਆਪਣੇ ਇਸ ਇਤਿਹਾਸਿਕ ਵਿਸ਼ੇ ਦਾ, ਇਸ ਇਤਿਹਾਸਿਕ ਪ੍ਰੋਗਰਾਮ ਦਾ। ਸੋ ਆਪ ਸਾਰੀਆਂ ਹੀ ਵਿਦਵਾਨਾਂ ਦਾ ਇੱਥੇ ਆਉਣ ਲਈ ਸਵਾਗਤ ਅਤੇ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਗੁਰਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਆਪ ਜੀ ਕੋਲੋਂ ਪੁੱਛਣਾ ਚਾਹਾਂਗੇ ਕਿ ਦਰਸ਼ਕਾਂ ਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ ਦਸਮ ਗ੍ਰੰਥ ਸਾਹਿਬ ਬਾਰੇ। ਦਸਮ ਗੁਰੂ ਗ੍ਰੰਥ ਸਾਹਿਬ ਜੀ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਦੀ ਮੁਖਵਾਕ ਗੁਰਬਾਣੀ ਦਾ ਇੱਕ ਵਿਦਿਆ ਦਾ ਭੰਡਾਰ, ਇੱਕ ਗ੍ਰੰਥ ਰਾਜ ਗ੍ਰੰਥ ਹੈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੰਸਾਰ ਦੇ ਉੱਪਰ ਚੱਲ ਕਰਕੇ ਆਏ ਅਤੇ ਆਪ ਜੀ ਨੇ ਰੱਬੀ ਗੁਰਬਾਣੀ ਦੇ ਨਾਲ ਲੋਕਾਂ ਨੂੰ ਜੋੜਿਆ ਅਤੇ ਨੇਕੀ ਦਾ ਉਪਦੇਸ਼ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ। ਕਰਮਵਾਰ ਗੁਰੂ ਨਾਨਕ ਸਾਹਿਬ ਜੀ ਚੋਲੇ ਬਦਲਦੇ ਰਹੇ, ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਪਰ ਆ ਕਰਕੇ ਸਜਦੇ ਰਹੇ ਅਤੇ ਗੁਰਬਾਣੀ ਉਚਾਰਨ ਕਰਦੇ ਰਹੇ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਮੇਂ ਦੇ ਹਾਲਾਤਾਂ ਨੂੰ ਪਛਾਣਦਿਆਂ ਹੋਇਆਂ ਲੋਕਾਂ ਨੂੰ ਉਸ ਅਕਾਲੀ ਜੋਤ ਦੇ ਨਾਲ ਜੋੜਨ ਵਾਸਤੇ ਅਤੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਾਸਤੇ, ਬੀਰ ਰਸ ਲੋਕਾਈ ਦੇ ਵਿੱਚ ਭਰਨ ਵਾਸਤੇ ਬੀਰ ਰਸੀ ਗੁਰਬਾਣੀ ਉਚਾਰਨ ਕੀਤੀ। ਭਾਵੇਂ ਉਹ ਅਵਤਾਰਾਂ ਦੀ ਕਥਾ ਸੀ, ਭਾਵੇਂ ਉਹ ਚੰਡੀ ਦਾ ਯੁੱਧ ਸੀ, ਭਾਵੇਂ ਉਹ ਅਕਾਲ ਸਹੰਸਰਨਾਮਾ ਜਿਹਨੂੰ ਅੱਜ ਜਾਪ ਸਾਹਿਬ ਕਹਿੰਦੇ ਹੈ, ਸਾਰੀ ਹੀ ਬਾਣੀ ਸੱਚੇ ਪਾਤਸ਼ਾਹ ਜੀ ਦੀ ਬੀਰ ਰਸ ਭਰਪੂਰ ਹੈ। ਜਿਸ ਗੁਰਬਾਣੀ ਨੂੰ ਪੜ੍ਹ ਕਰਕੇ ਜਿਹੜੇ ਕਾਇਰ ਲੋਕ ਸਨ ਉਹਨਾਂ ਦੇ ਡੌਲੇ ਵੀ ਫਰਕਣ ਲੱਗ ਜਾਂਦੇ ਸਨ। ਜਿਸ ਗੁਰਬਾਣੀ ਨੂੰ ਪੜ੍ਹ ਕਰਕੇ ਕਾਇਰ ਬੰਦਾ ਵੀ ਜੰਗ ਦੇ ਮੈਦਾਨ ਵਿੱਚ ਜੂਝਣ ਵਾਸਤੇ ਤਿਆਰ ਹੋ ਜਾਂਦਾ ਸੀ। ਉਹ ਸਮੁੱਚੀ ਗੁਰਬਾਣੀ ਦੇ ਗ੍ਰੰਥ ਨੂੰ ਦਸਮ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ। ਅਤੇ ਗਿਆਨੀ ਜੀ, ਇਹ ਜੋ ਗ੍ਰੰਥ ਹੈ ਇਹ ਕਦੋਂ ਲਿਖਿਆ ਗਿਆ? ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਗ੍ਰੰਥ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲਿਖਣਾ ਪ੍ਰਾਰੰਭ ਕੀਤਾ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਪਹਿਲੇ ਲਿਖਾਰੀ ਲੱਗੇ ਅਤੇ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਜਾਪ ਸਾਹਿਬ ਉਚਾਰਨਾ ਸ਼ੁਰੂ ਕੀਤਾ। ਇਹ ਸਿਲਸਿਲਾ ਪ੍ਰਾਰੰਭ ਹੋਇਆ। ਅੱਗੇ ਸੱਚੇ ਪਾਤਸ਼ਾਹ ਜੀ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਪਰ, ਅੱਗੇ ਸਤਿਗੁਰੂ ਸਾਹਿਬ ਜੀ ਭਪੌਰ ਸਾਹਿਬ ਦੀ ਧਰਤੀ ਦੇ ਉੱਪਰ, ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ, ਦੀਨੇ ਕਾਂਗੜ ਦੀ ਧਰਤੀ ਦੇ ਉੱਪਰ, ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਇਤਿਆਦਿਕ ਜਿੱਥੇ ਜਿੱਥੇ ਵੀ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ
ਉੱਥੇ ਉੱਥੇ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ ਅਤੇ ਉਹ ਗੁਰਬਾਣੀ ਨੂੰ ਲਿਖਣ ਵਾਲੇ ਲਿਖਾਰੀ ਲਿਖਦੇ ਰਹੇ। ਗੁਰੂ ਕੇ ਪੰਥ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਸਮੇਂ-ਸਮੇਂ ਤੇ ਪ੍ਰਚਾਰ ਦੇ ਰਹੇ। ਯਾਨੀ ਕਿ ਇਹ ਜੋ ਗ੍ਰੰਥ ਹੈ ਇਹ ਇੱਕੋ ਥਾਂ ਤੇ ਇੱਕੋ ਵਾਰ ਨਹੀਂ ਲਿਖਿਆ ਗਿਆ, ਵੱਖ-ਵੱਖ ਥਾਵਾਂ ਦੇ ਉੱਪਰ ਸਮੇਂ-ਸਮੇਂ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੇ ਸ਼੍ਰੀ ਅਨੰਦਪੁਰ ਸਾਹਿਬ ਰਹੇ ਤੇ ਉੱਥੇ ਮਹਾਰਾਜ ਸਾਹਿਬ ਜੀ ਨੇ ਜਾਪ ਸਾਹਿਬ ਦਾ ਪਾਠ ਉਚਾਰਨ ਕੀਤਾ ਜੀ। ਸੰਪਰਦਾਇ ਗਿਆਨੀ ਦੱਸਦੇ ਨੇ ਅੱਧੀ ਅਕਾਲ ਉਸਤਤ ਵੀ ਉਚਾਰਨ ਕੀਤੀ। ਫਿਰ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਪਰ ਜਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਕਾਲ ਉਸਤਤ ਨੂੰ ਸੰਪੂਰਨਤਾ ਦਾ ਟਿੱਕਾ ਦਿੱਤਾ। ਤੇ ਇਸ ਤਰੀਕੇ ਦੇ ਨਾਲ ਜੋ ਚਰਿਤ੍ਰੋ ਪਖਿਆਨ ਦੀ ਪਾਵਨ ਗੁਰਬਾਣੀ ਹੈ ਉਹ ਸੱਚੇ ਪਾਤਸ਼ਾਹ ਜੀ ਨੇ ਭਪੌਰ ਸਾਹਿਬ ਦੀ ਧਰਤੀ ਦੇ ਉੱਪਰ ਉਚਾਰਨ ਕੀਤੀ। ਇਸੇ ਤਰ੍ਹਾਂ ਰਾਮਾ ਅਵਤਾਰ ਹੈ, ਕ੍ਰਿਸ਼ਨਾ ਅਵਤਾਰ ਹੈ, ਇਹ ਰਚਨਾਵਾਂ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਸਤਲੁਜ ਦੇ ਕਿਨਾਰੇ ਦੇ ਉੱਪਰ ਉਚਾਰਨੀਆਂ ਕੀਤੀਆਂ। ਚੰਡੀ ਦੀ ਵਾਰ ਸੱਚੇ ਪਾਤਸ਼ਾਹ ਜੀ ਨੇ ਉਗਰਦੰਤੀ ਹੈ, ਇਹ ਗੁਰਬਾਣੀਆਂ ਨੈਣਾ ਦੇਵੀ ਦੇ ਟਿੱਲੇ ਦੇ ਉੱਪਰ ਉਚਾਰਨ ਕੀਤੀਆਂ ਨੇ। ਸੋ ਜਿੱਥੇ ਜਿੱਥੇ ਵੀ ਸੱਚੇ ਪਾਤਸ਼ਾਹ ਜੀ ਗਏ ਨੇ ਸਮੇਂ ਦੇ ਹਾਲਾਤਾਂ ਨੂੰ ਜਾਣ ਕਰਕੇ ਪਛਾਣ ਕਰਕੇ ਸੱਚੇ ਪਾਤਸ਼ਾਹ ਜੀ ਨੇ ਉੱਥੇ ਉੱਥੇ ਪਾਵਨ ਗੁਰਬਾਣੀ ਨੂੰ ਲਿਖਣਾ ਕੀਤਾ ਹੈ। ਤੇ ਇੱਕ ਸਵਾਲ ਇੱਥੇ ਉੱਠਦਾ ਹੈ ਕਿ ਜਦੋਂ ਸਾਡੇ ਕੋਲ ਆਦਿ ਗ੍ਰੰਥ ਸਾਹਿਬ ਦੀ ਬੀੜ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਬੀੜ, ਤੇ ਫਿਰ ਕਿਉਂ ਲੋੜ ਪਈ, ਕੀ ਕਾਰਨ ਬਣਿਆ ਕਿ ਦਸਮ ਗ੍ਰੰਥ ਸਾਹਿਬ ਦੀ ਇਹ ਬੀੜ ਜਿਹਨੂੰ ਤੁਸੀਂ ਕਿਹਾ ਕਿ ਜੰਗੀ ਬਾਣੀ ਵੀ ਇਹ ਲਿਖਣ ਦੀ ਲੋੜ ਪਈ, ਇਸ ਦਾ ਕੀ ਕਾਰਨ ਆਪ ਜੀ ਸਮਝਦੇ ਹੋ? ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਦੇਖੋ ਜੀ ਭਗਤੀ ਤੇ ਸ਼ਕਤੀ ਦੋਨੋਂ ਹੀ ਵਰਤੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਇਹ ਭਗਤੀ ਦਾ ਭੰਡਾਰ ਹੈ। ਇਹਨੂੰ ਪੜ੍ਹ ਕਰਕੇ ਮਨ ਵਿੱਚ ਸ਼ਾਂਤ ਰਸ ਉਤਪੰਨ ਹੁੰਦਾ ਹੈ ਅਤੇ ਜਿਹੜੀ ਸੁਰਤ ਹੈ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਨਾਲ ਜਾ ਕੇ ਜੁੜਦੀ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਹੈ ਇਹ ਸ਼ਕਤੀ ਦਾ ਭੰਡਾਰ ਹੈ। ਇਹਨੂੰ ਪੜ੍ਹ ਕਰਕੇ ਮਨ ਵਿੱਚ ਵੀਰ ਰਸ ਆਉਂਦਾ ਹੈ। ਜੰਗ ਦੇ ਮੈਦਾਨ ਦੇ ਵਿੱਚ ਜੂਝ ਕਰਕੇ ਧਰਮ ਵਾਸਤੇ ਆਪਣੀ ਜ਼ਿੰਦਗੀ ਲੇਖੇ ਲਾ ਕਰਕੇ ਤੇ ਜਿਹੜਾ ਵਿਅਕਤੀ ਹੈ ਜੂਝਣ ਵਾਲਾ ਸੂਰਮਾ ਹੈ ਉਹ ਗੁਰਚਰਨਾਂ ਨੂੰ ਜਾ ਕਰਕੇ ਪ੍ਰਾਪਤ ਹੁੰਦਾ ਹੈ। ਸੋ ਗੁਰੂ ਨਾਨਕ ਸਾਹਿਬ ਜੀ ਨੇ ਸ਼ਾਂਤ ਰਸ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਚਾਰੀ, ਜੋ ਸਿਲਸਿਲਾ ਪੰਜਵੇਂ ਪਾਤਸ਼ਾਹ ਤੱਕ ਚੱਲਿਆ। ਨਾਵੇਂ ਪਾਤਸ਼ਾਹ ਜੀ ਦੇ ਵਿਰਾਗਮਈ ਸਲੋਕ ਚੱਲੇ ਹਨ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਵਾਰਾਂ ਆਉਂਦੀਆਂ ਨੇ ਉਹ 9 ਧੁਨਾਂ ਵੀ ਚੜ੍ਹਾਉਣਾ ਕੀਤੀਆਂ ਜੋ ਗੁਰੂ ਖਾਲਸਾ ਜੀ ਵੀਰ ਰਸ ਦੇ ਨਾਲ ਸੰਬੰਧਿਤ ਸਨ। ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਜ ਕੇ ਮਹਾਰਾਜ ਸਾਹਿਬ ਜੀ ਉਹ ਵਾਰਾਂ ਸੁਣਦੇ ਰਹੇ ਅਤੇ 10ਵੇਂ ਜਾਮੇ ਦੇ ਵਿੱਚ ਆ ਕਰਕੇ ਜਦੋਂ ਮਹਾਰਾਜ ਨੇ ਵੇਖਿਆ ਵੀ ਜ਼ੁਲਮ ਦੀ ਹੱਦ ਹੋ ਚੁੱਕੀ ਹੈ ਤੇ ਉਸ ਵਕਤ ਸੱਚੇ ਪਾਤਸ਼ਾਹ ਜੀ ਆਪ ਵੱਡੇ ਵਿਜয়ੀ ਸੂਰਮੇ ਸਨ ਤੇ ਆਪ ਜੀ ਨੇ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਕੀਤੀ, ਜਿਹਨੂੰ ਅਕਾਲ ਉਸਤਤ ਕਿਹਾ। ਅਕਾਲ ਪੁਰਖ ਪਰਮੇਸ਼ਰ ਦਾ ਸਹੰਸਰਨਾਮਾ ਉਚਾਰਨ ਕੀਤਾ, ਜਿਹਨੂੰ ਜਾਪ ਸਾਹਿਬ ਕਿਹਾ। ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਹੀ ਗੁਰਬਾਣੀ ਵੀਰ ਰਸ ਭਰਪੂਰ ਉਚਾਰਨ ਕੀਤੀ। ਭਾਵੇਂ ਇਹ ਹੈ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਹੀ ਹੈ ਪਰ ਵੀਰ ਰਸ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਂਤੀ ਰਸ ਹੈ ਅਤੇ ਸਿੱਖਾਂ ਵਿੱਚ ਵੀਰ ਰਸ ਭਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਇਹ ਵੀਰ ਰਸੀ ਪਾਵਨ ਗੁਰਬਾਣੀ ਉਚਾਰਨ ਕੀਤੀ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁਖ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਜੀ ਦਰਸ਼ਕੋ ਬੜਾ ਵਧੀਆ ਬਿਆਨ ਕਰ ਰਹੇ ਹਨ ਕਿ ਕਿਉਂ ਲੋੜ ਪਈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਾਂਤ ਰਸ ਦਾ ਮੁਜੱਸਮਾ ਹੈ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਉਹ ਵੀਰ ਰਸ ਦਾ ਮੁਜੱਸਮਾ ਹੈ। ਪਰ ਦਰਸ਼ਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਸਵਾਲ ਆਇਆ ਹੋਵੇਗਾ ਕਿ ਜਿਹੜੀਆਂ ਅੱਜ ਕੱਲ੍ਹ ਜੋ ਸੰਪਰਦਾਵਾਂ ਹੈ ਜਾਂ ਨਿਹੰਗ ਸਿੰਘ ਜਥੇਬੰਦੀਆਂ ਕਹਿ ਲਓ ਕਿ ਉਹ ਦਸਮ ਗ੍ਰੰਥ ਨੂੰ ਨਾਲ ਗੁਰੂ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ। ਭਾਈ ਜਸਵੀਰ ਸਿੰਘ ਜੀ, ਇਸ ਦੇ ਬਾਰੇ ਆਪ ਜੀ ਦਾ ਕੀ ਵਿਚਾਰ ਹੈ? ਇਸ ਦੇ ਬਾਰੇ ਇਸ ਤਰ੍ਹਾਂ ਖਿਆਲ ਹੈ ਜੀ, ਜਿਵੇਂ ਆਪਾਂ ਕੱਲਾ ਦਸਮ ਗ੍ਰੰਥ ਸਾਹਿਬ ਕਹਿੰਦੇ ਆ ਜੀ, ਤੇ ਦਸਮ ਇੱਕ ਗਿਣਤੀ ਦਾ ਹਿੱਸਾ ਹੈ। ਜਿਵੇਂ 1 2 3 4 ਤੇ ਇੱਕ ਸਵਾਲ ਖੜਾ ਹੋ ਸਕਦਾ ਵੀ ਜੇ ਦਸਮ ਗ੍ਰੰਥ ਹੈ ਤੇ 9ਵਾਂ ਗ੍ਰੰਥ 9 ਗ੍ਰੰਥ ਕਿੱਥੇ ਨੇ? ਜੀ ਬਿਲਕੁਲ ਠੀਕ ਹੈ। ਇਸ ਸਤਿਕਾਰਤ ਲਈ ਦਸਮ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਜਾਂਦਾ। ਇਹਦੇ ਲਈ ਇੱਕ ਸਾਡਾ ਭੁਲੇਖਾ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਗੁਰੂ ਅਰਜਨ ਘਰ ਗੁਰੂ ਰਾਮਦਾਸ ਜੀ, ਜਿਨ੍ਹਾਂ ਨੇ ਤਾਂ ਸੰਥਿਆ ਕੀਤੀ ਗੁਰਬਾਣੀ ਦੀ ਉਹ ਇੱਥੇ ਜਮਕ ਜ਼ਰੂਰ ਲਾਉਣਗੇ,
ਜੀ ਗੁਰੂ ਅਰਜਨ ਦੇਵ ਤੇ। ਜੀ ਤੇ ਜਿੱਥੋਂ ਇਹ ਸਪਸ਼ਟ ਹੋ ਜਾਂਦਾ ਵੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਘਰੇ ਭਗਤ ਉੱਤਰ ਆਇਓ। ਜੀ ਤੇ ਜਦੋਂ ਅਸੀਂ ਇਹਨੂੰ ਵੀ ਚੰਗੀ ਤਰ੍ਹਾਂ ਦੇਖਾਂਗੇ, ਸ੍ਰੀ ਗੁਰੂ ਪਦ ਜਿਹੜਾ ਹੈ ਉਹ ਦਸਮ ਦੇ ਨਾਲ ਰੱਖਾਂਗੇ, ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ, ਭਾਵ ਦਸਵੇਂ ਗੁਰੂ ਦਾ ਗ੍ਰੰਥ ਸਾਹਿਬ ਜੀ। ਜੀ ਤੇ ਜਦੋਂ ਇਸ ਚੀਜ਼ ਦੀ ਅਸੀਂ ਸੰਪਰਦਾਵਾਂ ਦੇ ਵਿੱਚ ਨਿਰਮਲ ਭੇਖ ਦੇ ਮਹਾਂਪੁਰਖਾਂ ਦੇ ਕੋਲ ਜਾ ਕੇ ਜਾਂ ਸੰਪਰਦਾਵਾਂ ਦੇ ਵਿੱਚ ਜਾ ਕੇ ਚੀਜ਼ਾਂ ਨਹੀਂ ਸਿੱਖਦੇ, ਜੀ ਉਹਨਾਂ ਚਿਰ ਸਾਨੂੰ ਇਹ ਭ੍ਰਾਂਤੀ ਬਣੀ ਰਹਿੰਦੀ ਆ ਵੀ ਸ਼ਾਇਦ ਜਿਹੜਾ ਅਸੀਂ ਇਹ ਗੁਰੂ ਪਦ ਹੈ ਗ੍ਰੰਥ ਸਾਹਿਬ ਨਾਲ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸ਼ਰੀਕ ਪੈਦਾ ਕਰ ਰਹੇ ਹਾਂ। ਜੀ ਜਦ ਕਿ ਇਸ ਤਰ੍ਹਾਂ ਨਹੀਂ ਹੈ। ਜੀ ਇਹ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ, ਜੀ ਭਾਵ ਦਸਵੇਂ ਗੁਰੂ ਦਾ ਗ੍ਰੰਥ ਸਾਹਿਬ। ਦੂਸਰਾ ਇਹ ਵੀ ਹੈ ਜੀ, ਬਾਣੀ ਦੇ ਵਿੱਚ ਹੀ, ਗੁਰਬਾਣੀ ਦੇ ਵਿੱਚ ਹੀ ਲਿਖਿਆ, ਬਾਣੀ ਗੁਰੂ, ਗੁਰੂ ਹੈ ਬਾਣੀ, ਜੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰ। ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਜੋ ਵੀ ਉਚਾਰੀ ਹੋਈ ਚੀਜ਼ ਹੈ ਉਹ ਗੁਰਬਾਣੀ ਹੈ। ਜੀ ਜੇ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਇੱਕ ਓੰਕਾਰ ਨਿਕਲਿਆ, ਜਾਂ ਸੋਚੈ ਸੋਚ ਵਾਲੀ ਪੌੜੀ ਨਿਕਲੀ, ਜਾਂ ਸਾਰਾ ਹੀ ਜਪਜੀ ਸਾਹਿਬ ਨਿਕਲਿਆ, ਜਪਜੀ ਸਾਹਿਬ ਗੁਰਬਾਣੀ ਹੈ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਜੇ ਆਨੰਦ ਸਾਹਿਬ ਜੀ ਨਿਕਲਿਆ ਤੇ ਉਹ ਵੀ ਗੁਰਬਾਣੀ ਹੈ। ਪੰਜਵੇਂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਉਚਾਰਨ ਕੀਤਾ ਤੇ ਉਹ ਵੀ ਗੁਰਬਾਣੀ, ਗੁਰੂ ਦਾ ਦਰਜਾ ਗੁਰੂ ਕਿਆਂ ਸਿੱਖਾਂ ਨੇ। ਤੇ ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਜਾਂ ਦੂਸਰੇ ਸਤਿਗੁਰਾਂ ਨੇ ਸੁਖਮਨੀ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਜਾਪ ਸਾਹਿਬ ਦਾ ਪਾਠ ਉਚਾਰਨ ਹੋਇਆ। ਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਪਾਂ ਗੁਰੂ ਮੰਨਦੇ ਹਾਂ ਤੇ ਉਹਨਾਂ ਦੀ ਗੁਰਬਾਣੀ ਵੀ ਗੁਰੂ ਹੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਮੁਖ ਤੋਂ ਉਚਾਰਨ ਕੀਤਾ ਜਪਜੀ ਸਾਹਿਬ ਗੁਰੂ ਹੈ, ਪੰਜਵੇਂ ਪਾਤਸ਼ਾਹ ਜੀ ਦੇ ਮੁਖ ਤੋਂ ਸੁਖਮਨੀ ਸਾਹਿਬ ਉਚਾਰਿਆ ਹੋਇਆ ਗੁਰੂ ਹੈ, ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਗੁਰਬਾਣੀ ਉਹ ਸਾਰੀ ਹੀ ਗੁਰੂ ਪਦ ਨੂੰ ਪ੍ਰਾਪਤ ਹੈ। ਗਿਆਨੀ ਗੁਰਜੰਟ ਸਿੰਘ ਜੀ, ਆਪ ਜੀ ਦੇ ਕੀ ਵਿਚਾਰ ਨੇ ਇਸ ਸੰਬੰਧੀ? ਦੇਖੋ ਜੀ, ਜਿਹੜਾ ਗੁਰਤਾ ਗੱਦੀ ਦਾ ਸਿਲਸਿਲਾ ਆ, ਹਨਾ, ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਬਿਲਕੁਲ ਇਸੇ ਤਰ੍ਹਾਂ ਦੂਸਰੇ ਪਾਤਸ਼ਾਹ, ਤੀਸਰੇ ਪਾਤਸ਼ਾਹ, ਤੇ ਜਿਉਂ ਹੀ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਆ, ਫੇਰ ਹੀ ਉਹਨਾਂ ਨੇ ਬਾਣੀ ਰਚੀ ਹੈ। ਇਸੇ ਤਰ੍ਹਾਂ ਨੌਵੇਂ ਪਾਤਸ਼ਾਹ, ਜੇ ਆਪਾਂ ਕਹਿੰਦੇ ਆ ਸ਼ਲੋਕ ਮਹੱਲਾ ਨੌਵਾਂ, ਸ਼ਲੋਕ ਮਹੱਲਾ ਨੌਵਾਂ ਜਿਹੜਾ ਸ਼ਬਦ ਹੈ ਇਹ ਕਦੋਂ ਲੱਗਿਆ? ਜਦੋਂ ਗੁਰੂ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਜੀ। ਉਸ ਤੋਂ ਪਹਿਲੇ ਨਾ ਬਾਣੀ ਰਚੀ ਹੈ ਔਰ ਨਾ ਇਹ ਜਿਹੜਾ ਮਹੱਲਾ ਨੌਵਾਂ ਸ਼ਬਦ ਹੈ ਇਹ ਲੱਗਿਆ ਆ। ਤੇ ਦਸਵੇਂ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਬਾਣੀ ਰਚਦੇ ਆ, ਫਿਰ ਪਾਤਸ਼ਾਹੀ ਦਸਵੀਂ ਜੀ, ਠੀਕ ਹੈ ਜੀ। ਇਹ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੀ ਪ੍ਰਾਰੰਭਤਾ ਦੇ ਵਿੱਚ ਆਉਂਦਾ ਆ। ਤੇ ਦੂਸਰੀ ਗੱਲ ਇਹ ਹੈ ਵੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਅਸੀਂ ਮੰਨਦੇ ਹਾਂ ਵੀ ਦਸੇ ਸਰੂਪ ਇੱਕ ਰੂਪ ਹੈ। ਗੁਰੂ ਨਾਨਕ ਚ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਚ ਕੋਈ ਫਰਕ ਨਹੀਂ ਹੈ ਜੀ, ਰੰਚਕ ਮਾਤਰ ਵੀ ਕੋਈ ਭੇਦ ਨਹੀਂ ਹੈ। ਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਖੁਦ ਕਿਹਾ ਵੀ ਜਿਨ੍ਹਾਂ ਨੇ ਜੁਦਾ ਜੁਦਾ ਮੰਨਿਆ ਉਹਨਾਂ ਤੇ ਬਖਸ਼ਿਸ਼ ਨਹੀਂ ਹੋਈ, ਉਹ ਕਿਰਪਾ ਦੇ ਪਾਤਰ ਨਹੀਂ ਬਣੇ ਗੁਰੂ ਦੀ। ਤੇ ਜਦ ਫਰਕ ਨਹੀਂ ਕੋਈ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਚ, ਤੇ ਫਿਰ ਉਹਨਾਂ ਦੀ ਰਚੀ ਬਾਣੀ ਚ ਕੀ ਫਰਕ ਹੋ ਸਕਦਾ? ਤੇ ਦੂਸਰੀ ਗੱਲ ਇਹ ਵੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਜਦੋਂ ਸਤਿਗੁਰੂ ਖੁਦ ਬਾਣੀ ਰਚਦੇ ਆ, ਉੱਥੇ ਮਸਲਾ ਇਹ ਨਹੀਂ ਹੈ, ਉਪਾਧੀਕ੍ਰਿਤ ਭੇਦ ਨਹੀਂ ਹੈ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਹਿਲੇ 9 ਗੁਰੂ ਸਾਹਿਬਾਨਾਂ ਦੀ ਹੈ ਤੇ ਦਸਵੇਂ ਪਾਤਸ਼ਾਹ ਦੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਬਾਣੀ ਉਹ ਦਸਵੇਂ ਪਾਤਸ਼ਾਹ ਦੀ ਹੈ। ਤੇ ਜੇ ਉਪਾਧੀਕ੍ਰਿਤ ਭੇਦ ਹੁੰਦਾ ਤਾਂ ਉਹ ਬਾਣੀ ਨਿਤਨੇਮ ਦਾ ਬਰਾਬਰ ਹਿੱਸਾ ਨਾ ਬਣਦੀ। ਜੇ ਉਪਾਧੀਕ੍ਰਿਤ ਭੇਦ ਹੁੰਦਾ ਉਹ ਬਾਣੀ ਸਾਡੇ ਅੰਮ੍ਰਿਤ ਦਾ ਹਿੱਸਾ ਨਾ ਬਣਦੀ। ਹੁਣ ਅੱਜ ਜੇ ਸਿੱਖ ਬਣਨਾ ਹੋਵੇ, ਜਿੰਨੀ ਮਹਾਨਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਆ ਉਨੀ ਬਰਾਬਰ ਦਸਮ ਦੀ ਬਾਣੀ ਦੀ ਆ। ਕਿਉਂ? ਬਸ ਉਹਨੂੰ ਵੱਖਰਿਆ ਰੱਖਣ ਦਾ ਕਾਰਨ ਇੱਥੇ ਇੱਕ ਹੋਰ ਵੀ ਆ, ਜਿਵੇਂ ਸੱਚਖੰਡ ਹਰਿਮੰਦਰ ਸਾਹਿਬ ਤੋਂ ਤਖ਼ਤ ਸਾਹਿਬ ਦਾ ਸਫ਼ਰ ਹੈ। ਜਿਵੇਂ ਗਿਆਨੀ ਜੀ ਹੁਣੇ ਬੋਲ ਕੇ ਹਟੇ ਸੀ ਵੀ 9 ਪਾਤਸ਼ਾਹੀ ਨੇ ਮਹੱਲਾ ਪਦ ਵਰਤਿਆ ਤੇ ਦਸਮ ਦੇ ਵਿੱਚ ਪਾਤਸ਼ਾਹੀ ਆ ਗਿਆ, ਉਹ ਤਖ਼ਤ ਦਾ ਮਾਲਕ ਆ ਗਿਆ। ਜਿਵੇਂ ਹਰਿਮੰਦਰ ਸਾਹਿਬ ਤੋਂ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਹੋ ਗਿਆ ਤੇ ਮਹੱਲੇ ਤੋਂ ਪਾਤਸ਼ਾਹੀ ਹੋ ਗਿਆ।
ਤੇ ਉਹਦਾ ਫਿਰ ਜੁਦਾ ਮਹਾਰਾਜ ਜੀ ਨੇ ਇੱਕ ਵੱਖਰੀ ਜਿਲਤ ਦੇ ਵਿੱਚ ਆਪਣੀ ਸਾਰੀ ਬਾਣੀ ਨੂੰ ਇਹਦੇ ਅੰਕਿਤ ਵਿੱਚ ਕੀਤਾ। ਗੱਲ ਦਾਸ ਨੂੰ ਵੀ ਜੀ ਯਾਦ ਆ ਗਈ। ਇਹਦਾ ਇੱਕ ਸਾਖਸ਼ਾਤ ਉਦਾਹਰਨ ਆਪਾਂ ਨੂੰ ਹੋਰ ਵੀ ਮਿਲਦਾ। ਪੁਰਾਤਨ ਜਿਹੜੇ ਸਰੂਪ ਹੱਥ ਲਿਖਤੇ ਆ ਉਹਨਾਂ ਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੀ ਜਿਹੜੇ ਮਤਲਬ 57 ਸ਼ਲੋਕ, ਉਹਨਾਂ ਦੇ ਵਿੱਚ ਇੱਕ ਸ਼ਲੋਕ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਨਾਂ ਵਿੱਚ ਵੀ ਮਿਲਦਾ, ਜਿਹਦੇ ਚ ਮਹੱਲਾ 10ਵਾਂ ਜੀ ਬਲ ਹੋਆ ਬੰਧਨ ਛੁਟੇ ਸਭ ਕੁਛ ਹੋ ਤੋ ਪਾਏ ਨਾਨਕ ਸਭ ਕੁਛ ਤੁਮਰੇ ਹੱਥ ਨੇ। ਜਦੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਵੀ ਦੇਖੀਏ ਕਿ ਗੁਰੂ ਗੋਬਿੰਦ ਸਿੰਘ ਜੀ ਬਾਣੀ ਮਹਾਰਾਜ ਜੀ ਨੂੰ ਗੁਰੂ ਪਦ ਪ੍ਰਾਪਤ ਹੈ ਕਿ ਨਹੀਂ, ਜੀ ਤੇ ਉਹਦੇ ਵਿੱਚ ਉਹ ਸਾਖਸ਼ਾਤ ਕਈ ਹਸਤਲਿਖਤ ਸਰੂਪ ਆਪਾਂ ਦਰਸ਼ਨ ਕਰ ਸਕਦੇ ਜਿਨ੍ਹਾਂ ਵਿੱਚ ਲਿਖਿਆ ਮਹੱਲਾ 10ਵਾਂ। ਜੀ ਜ਼ਰੂਰ ਇਹਨਾਂ ਬੀੜਾਂ ਬਾਰੇ ਵੀ ਆਪ ਜੀ ਤੋਂ ਜਾਣਾਂਗੇ ਕਿ ਕਿਹਨਾਂ ਕਿਹਨਾਂ ਬੀੜਾਂ ਦੇ ਵਿੱਚ ਮਹੱਲਾ 10ਵਾਂ ਆਉਂਦਾ ਹੈ। ਜਦ ਇਹ ਬੀੜਾਂ ਬਾਰੇ ਵੀ ਜਾਣਕਾਰੀ ਲਵਾਂਗੇ ਅੱਗੇ ਜਦੋਂ ਹੋਵੇਗਾ। ਮੈਂ ਵੀ ਬੇਨਤੀ ਕਰਾਂ, ਜੀ ਗਿਆਨੀ ਗੁਰੂ ਜੰਟ ਸਿੰਘ ਜੀ ਨੇ ਵੀ ਆਪਣੇ ਵਿਚਾਰ ਠੀਕ ਦੱਸੇ ਨੇ, ਜੀ ਪਰ ਮੇਰਾ ਵਿਚਾਰ ਇਹ ਹੈ ਕਿ ਗੁਰੂ ਪਾਦ ਜਦੋਂ ਗੁਰਗੱਦੀ ਤੇ ਬੈਠੇ ਨੇ ਉਹਦੇ ਬਾਅਦ ਹੀ ਬਾਣੀ ਨਹੀਂ ਉਚਾਰੀ। ਜੀ ਉਹਦੇ ਤੋਂ ਪਹਿਲਾਂ ਵੀ ਗੁਰੂ ਸਾਹਿਬਾਂ ਨੇ ਕਈ ਸ਼ਬਦ ਉਚਾਰਨ ਕੀਤੇ ਨੇ। ਜੀ ਜੀ ਜਿਵੇਂ ਪੰਜਵੇਂ ਪਾਤਸ਼ਾਹ ਜੀ ਲਾਹੌਰ ਦੇ ਵਿੱਚ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਜੀ ਪਹਿਲੇ 3 ਸ਼ਬਦ ਉਚਾਰਨ ਕਰ ਲੈਂਦੇ ਨੇ ਚਿੱਠੀਆਂ ਦੇ ਰੂਪ ਦੇ ਵਿੱਚ ਚਿੱਠੀਆਂ ਦੇ ਰੂਪ। ਜੀ। ਫਿਰ ਭਾਗ ਹੋਆ ਆ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਉਚਾਰਨ ਕਰਦੇ ਨੇ। ਸੰਪੂਰਨ ਇਹ ਪੂਰਾ ਸ਼ਬਦ ਹੋਣ ਦੇ ਬਾਅਦ ਗੁਰੂ ਸਾਹਿਬ ਜੀ ਉਹਨਾਂ ਨੂੰ ਗੁਰਤਾ ਗੱਦੀ ਦਿੰਦੇ ਨੇ। ਜੀ ਇਸੇ ਤਰ੍ਹਾਂ 10ਵੇਂ ਪਾਤਸ਼ਾਹ ਗੁਰਿਆਈ ਗੱਦੀ ਤੇ ਬਹਿਣ ਤੋਂ ਪਹਿਲਾਂ ਵੀ ਬਾਣੀ ਉਚਾਰਨ ਕਰਦੇ ਨੇ। ਜੀ ਉਹ ਸਾਡੇ ਕੋਲ ਸਬੂਤ ਨੇ। ਜੀ। ਜਿਵੇਂ ਜਾਪ ਸਾਹਿਬ ਦੀ ਬਾਣੀ 11 ਸਾਲ ਦੀ ਉਮਰ 'ਚ ਗੁਰੂ ਜੀ ਨੇ ਉਚਾਰਨ ਕੀਤੀ ਹੈ। ਸਤ ਵਚਨ। ਇਸੇ ਤਰ੍ਹਾਂ ਹੋਰ ਕਈ ਰਚਨਾਵਾਂ ਨੇ ਜਿਹੜੀਆਂ ਅੱਜ ਕੱਲ ਪ੍ਰਚਲਿਤ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ, ਬਾਹਰ ਨੇ। ਜੀ ਜਿਵੇਂ ਜੋ ਮਹੱਲਾ 10ਵੇਂ ਦੀ ਗੱਲ ਹੈ ਕਿ ਇਹ ਵੀ ਗੁਰਤਾ ਗੱਦੀ ਤੋਂ ਪਹਿਲਾਂ ਉਚਾਰਨ ਹੋਇਆ ਹੈ। ਹਾਂਜੀ, ਉਹ ਪਹਿਲੋਂ ਹੋਇਆ ਜੀ। ਜੀ। ਹਾਂ। ਛੋਟੇ ਜੀ ਉਹ ਵੀ ਗੁਰਤਾ ਗੱਦੀ ਤੋਂ ਪਹਿਲਾਂ। ਪਹਿਲਾਂ ਇਹ ਜਦੋਂ ਬਹੁਤ ਔਰ ਵਧੀਆ। ਗੁਰਦੁਆਰਾ ਹਾਂ, ਮੈਣੀ ਗੁਰੂ ਸਾਹਿਬ ਸਾਹਿਬ ਜੋ ਜੀ ਦੇ- ਪਟਨਾ ਸਾਹਿਬ, ਉੱਥੇ ਸਰੂਪ ਮੌਜੂਦ ਹੈ ਬਾਲੇ ਜਿਹਦੇ ਦਾ। ਵਿੱਚ ਮਹੱਲਾ 10ਵਾਂ ਲਿਖਿਆ ਹੋਇਆ ਹੈ। ਭਾਈ ਮਣੀ ਸਿੰਘ ਜੀ ਦੀ 8 ਖੂਨਿਆਂ ਵਾਲੀ ਬੀੜ ਹੈ, ਉਹਦੇ ਵਿੱਚ ਵੀ ਇਹ ਮਹੱਲਾ 10ਵਾਂ ਲਿਖਿਆ ਮਿਲਦਾ। ਦਰਸ਼ਕੋ ਇਹ ਬੜੀ ਅਹਿਮ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਹੋ ਰਹੀ ਹੈ ਕਿ ਕਿੰਨਾ ਕਿੰਨਾ ਬੀੜਾਂ ਦੇ ਵਿੱਚ ਮਹੱਲਾ 10ਵਾਂ ਪਾਤਸ਼ਾਹੀ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਵਿੱਚ ਲਿਖਿਆ ਆ ਰਿਹਾ। ਬਹੁਤ ਵਧੀਆ ਆਪ ਜੀ ਜਾਣਕਾਰੀ ਸਾਂਝੀ ਕਰ ਰਹੇ ਹੋ। ਗਿਆਨੀ ਹਰਦੀਪ ਸਿੰਘ ਜੀ, ਆਪ ਜੀ ਕੋਲੋਂ ਇੱਕ ਜਾਣਕਾਰੀ ਲੈਣਾ ਚਾਹਾਂਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਦੀ ਸਾਰੀ ਬਾਣੀ ਆਪ ਲਿਖੀ ਜਾਂ ਕਵੀਆਂ ਤੋਂ ਲਿਖਾਈ? ਜਿਵੇਂ ਆਪਾਂ ਦੇਖਦੇ ਹਾਂ ਕਿ ਸਰਸਾ ਦੇ ਵਿੱਚ ਜੋ ਵਿਦਿਆਸਾਗਰ ਨਾਂ ਦਾ ਗ੍ਰੰਥ ਹੈ ਉਹ ਕਵੀਆਂ ਦੁਆਰਾ ਲਿਖਿਆ ਗਿਆ, 9 ਮਣ ਜਿਸ ਦਾ ਭਾਰ ਸੀ ਉਹ ਡੁੱਬਿਆ। ਤੇ ਇਹ ਜਿਹੜੀ ਕਵੀਆਂ ਨੇ, ਕਵੀਆਂ ਦੀ ਲਿਖਤ ਹੈ ਜਾਂ ਮਹਾਰਾਜ ਜੀ ਦੀ ਆਪਣੀ ਲਿਖਤ ਹੈ ਜਾਂ ਲਿਖਵਾਈ? ਇਸ ਦੇ ਬਾਰੇ ਥੋੜਾ ਜਿਹਾ ਇਹਦੇ ਨਿਰਣਾ ਬਾਰੇ ਕਰੋ। ਇਹ ਵਿਚਾਰਿਆ ਪਹਿਲੇ ਤੇ ਜਿਹਨੂੰ ਕਈ ਨਾਂ ਦਿੱਤੇ ਗਏ ਨੇ, ਜੀ ਪੁਰਾਤਨ ਹੱਥ ਲਿਖਤ ਸਰੂਪਾਂ ਵਿੱਚ ਕਿਸੇ 'ਚ ਵੀ ਗੁਰੂ ਨਹੀਂ ਲਿਖਿਆ। ਜੀ ਉਹ 'ਚ ਲਿਖਿਆ ਤਤਕਰਾ ਗ੍ਰੰਥ ਜੀ ਕਾ, ਜੀ ਉਹ 'ਚ ਦਸਮ में नहीं ਲਿਖਿਆ। ਜੀ ਸਮੇਂ ਦੇ ਅਨੁਸਾਰ ਇਹ ਨਾਂ ਬਦਲਦਾ ਰਿਹਾ। ਜਿਵੇਂ ਇਹ ਪੰਥ ਨੇ ਹੀ ਨਾਂ ਰੱਖੇ ਨੇ ਸਾਰੇ। ਦਸਮ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਬਚਿੱਤਰ ਨਾਟਕ। ਵੈਸੇ ਬਚਿੱਤਰ ਨਾਟਕ ਨਾਮ ਦੀ ਵੱਖਰੀ ਬਾਣੀ ਵੀ ਆ। ਇੱਕ ਬਾਣੀ 14 ਧਿਆਵਾਂ ਵਾਲੀ ਆ, ਜੀ ਇੱਕ ਬੀੜ ਦੇ ਵਿੱਚ ਕਾਫੀ ਬਾਣੀਆਂ ਨੂੰ ਬਚਿੱਤਰ ਨਾਟਕ ਕਿਹਾ, ਜੀ ਤੇ ਸਾਰੇ ਹੀ ਦਸਮ ਗ੍ਰੰਥ ਨੂੰ ਵੀ ਬਚਿੱਤਰ ਨਾਟਕ ਕਿਹਾ ਜਾਂਦਾ। ਜੀ ਜੀ ਜਦੋਂ ਪ੍ਰਕਾਸ਼ਨਾ ਹੋਣੀ ਸ਼ੁਰੂ ਕੀਤੀ ਆ ਤੇ ਉਹਦੇ ਵਿੱਚ ਪੁਰਾਤਨ ਸਰੂਪ ਲਾਹੌਰ ਦੇ ਜਿਹੜੇ ਛਪੇ ਸਾਡੇ ਕੋਲ ਨੇ, ਉਹਨਾਂ 'ਚ ਲਿਖਿਆ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 10ਵੇਂ ਪਾਤਸ਼ਾਹ ਜੀ ਦਾ। ਇਸੇ ਤਰ੍ਹਾਂ ਹੀ ਅੱਜ ਕੱਲ ਪ੍ਰਚਲਿਤ ਜਿਹੜਾ ਨਾਂ ਹੈ ਉਹ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ, ਪੁਰਾਤਨ ਜਿੰਨੇ ਵੀ ਟੀਕੇ ਛਪੇ ਨੇ ਉਹਨਾਂ ਵਿੱਚ ਲਿਖਿਆ ਭਾਈ ਨਰਾਇਣ ਸਿੰਘ ਦੇ। ਹਿੰਦੀ ਦੇ ਵਿੱਚ ਵੀ ਜੋਧ ਸਿੰਘ ਨੇ ਜਿਹੜਾ ਟੀਕਾ ਕੀਤਾ ਉਹ 'ਚ ਵੀ ਗੁਰੂ ਲਿਖਿਆ, ਪਰ ਹੁਣ ਉਹਨਾਂ ਨੇ ਕੱਟ ਦਿੱਤਾ। ਜੀ ਕੋਈ 50 ਕੁ ਸਾਲਾਂ ਤੋਂ ਨਵਾਂ ਯੁੱਗ ਸ਼ੁਰੂ ਹੋਇਆ ਤੇ 100 ਸਾਲ ਤੋਂ ਪਹਿਲਾਂ ਦਾ ਪ੍ਰਮਾਣ ਦੇ ਕੇ ਕੋਈ ਵੀ ਸਾਡੇ ਨਾਲ ਗੱਲ ਕਰ ਸਕਦਾ। ਅੱਜ ਤੋਂ 100 ਸਾਲ ਪਹਿਲਾਂ ਜੀ ਤਾਂ ਵਾਤਾਵਰਨ ਕੁਝ ਹੋਰ ਸੀ, ਅੱਜ ਵਾਤਾਵਰਨ ਕੁਝ ਹੋ ਰਿਹਾ। ਜੀ ਦੂਸਰਾ, ਕਵੀਆਂ ਦੀ ਬਾਣੀ ਬਾਰੇ ਬਹੁਤ ਲੋਕਾਂ ਦਾ ਵਿਚਾਰ ਆ ਵੀ ਰਾਮ ਸਿਆਮ ਨਾਮ ਆਉਂਦੇ ਨੇ ਕਵੀਆਂ ਦੇ, ਜੀ ਤੇ 10ਵੇਂ ਪਾਤਸ਼ਾਹ ਜੀ ਦੇ ਵੀ 3 ਨਾਮ ਨੇ। ਜਦੋਂ ਮਹਾਰਾਜ ਦਾ ਨਾਮ ਰੱਖਿਆ ਉਦੋਂ ਇਹ ਸ਼ਬਦ ਆਇਆ ਸੀ ਰਾਮ ਸਿਆਮ ਗੋਬਿੰਦ ਗੋ। ਇਸ ਮੁੱਖ ਵਾਕ ਦੇ ਉੱਤੇ ਨਾਂ ਰੱਖਿਆ ਗਿਆ ਗੋਬਿੰਦ। ਗੋਬਿੰਦ ਸਿੰਘ ਨਾਂ ਰੱਖਿਆ ਤੇ ਉਹ ਰਾਮ ਸਿਆਮ ਵੀ ਉਹਦੇ ਵਿੱਚ ਹੀ ਆਉਂਦਾ। ਇਹ ਸਾਰੇ ਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਖੱਲਸ ਨੇ। ਦੂਜੀ ਬੇਨਤੀ ਇਦਾਂ ਵੀ ਆ
ਵੀ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀ ਬਾਣੀ ਗੁਰੂਆਂ ਦੀ ਕਿਰਤ ਨਹੀਂ, ਉਹਦੇ 'ਚ ਭਗਤਾਂ ਦੀ ਬਾਣੀ ਆ, ਉਹ 'ਚ ਭੱਟਾਂ ਦੀ ਬਾਣੀ ਆ, ਉਹ 'ਚ ਸਿੱਖਾਂ ਦੀ ਬਾਣੀ ਆ। ਪਰ ਜਦੋਂ ਗੁਰੂ ਸਾਹਿਬ ਦੇ ਕੋਲ ਆਈ ਤੇ ਉਹ ਗੁਰਬਾਣੀ ਬਣ ਗਈ, ਜਿਹਨੂੰ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਿਆ। ਇਸੇ ਤਰ੍ਹਾਂ ਦਸਮ ਪਾਤਸ਼ਾਹ ਜੀ ਦੀ ਅਸੀਂ ਮੰਨਦੇ ਹਾਂ ਸਾਰਾ ਹੀ ਗੁਰੂ ਗ੍ਰੰਥ ਸਾਹਿਬ 10ਵੇਂ ਪਾਤਸ਼ਾਹ ਦੀ ਕਿਰਤ ਆ। ਵਾਹ। ਪਰ ਜਿਹੜੇ ਨਹੀਂ ਮੰਨਦੇ ਉਹਨਾਂ ਵਾਸਤੇ ਇਹ ਪ੍ਰਮਾਣ ਹੈ ਵੀ ਜੇ ਉਹ ਕਵੀਆਂ ਦੀ ਬਾਣੀ ਵੀ ਮੰਨਣ ਤੇ ਉਹ ਕਵੀਆਂ ਦੀ ਬਾਣੀ ਗੁਰੂ ਸਾਹਿਬ ਜੀ ਨੇ ਪੜ੍ਹੀ ਆ, ਵਿਚਾਰੀ ਆ ਤੇ ਉਹਨੂੰ ਪ੍ਰਵਾਨਗੀ ਦਿੱਤੀ ਆ। ਜੀ ਇਸ ਕਰਕੇ ਉਹ ਸਾਰੀ ਬਾਣੀ ਗੁਰੂ ਕਿਰਤੀ ਮੰਨੀ ਜਾਂਦੀ ਆ। ਜੀ। ਦੂਸਰਾ ਵਿਦਿਆ ਸਾਗਰ ਬਾਰੇ ਜਿਹੜੀ ਵਿਚਾਰ ਤੁਸੀਂ ਦੱਸੀ ਆ, ਇਹ ਬਹੁਤ ਵੱਡਾ ਗ੍ਰੰਥ 9 ਮਣ ਦੇ ਕਰੀਬ ਇਹਦਾ ਵਜਨ ਹੋਇਆ ਜੀ। ਤੇ ਇਹਦੇ ਵਿੱਚ ਵੱਖ-ਵੱਖ ਰਚਨਾਵਾਂ ਨੇ। ਇਹ 'ਚ ਕਵੀਆਂ ਦੀਆਂ ਵੀ ਰਚਨਾਵਾਂ ਨੇ, ਇਹ 'ਚ ਗੁਰੂ ਸਾਹਿਬ ਦੀਆਂ ਵੀ ਰਚਨਾਵਾਂ ਨੇ। ਜੀ। ਤੇ ਇਹਦੇ ਬਾਰੇ ਹੁਣ ਉਹ ਸਾਡੇ ਕੋਲ ਗ੍ਰੰਥ ਹੀ ਨਹੀਂਗਾ, ਉਹ ਸਰਸਾ ਦੀ ਭੇਟਾ ਹੋ ਗਿਆ। ਬਹੁਤ ਸਾਰੇ ਗ੍ਰੰਥ ਜਿਹੜੇ ਨੇ ਉਹ ਅਲੋਪ ਹੋ ਗਏ, ਹੁਣ ਵੀ ਹੋ ਰਹੇ ਨੇ। ਅਸੀਂ ਦੇਖਦੇ ਹਾਂ ਵੱਖ-ਵੱਖ ਥਾਵਾਂ ਤੇ। ਮੈਂ ਜਦੋਂ ਹਜ਼ੂਰ ਸਾਹਿਬ ਗਿਆ, ਉੱਥੇ ਕੋਈ 250 ਦੇ ਕਰੀਬ ਸਰੂਪ ਸੀ, ਜਿਨ੍ਹਾਂ ਵਿੱਚੋਂ ਇਸ ਵੇਲੇ ਮਸਾਂ 20-25 ਸਰੂਪ ਤਖਤ ਸਾਹਿਬ ਤੇ ਰਹਿ ਗਏ ਨੇ। ਜੀ। ਬਾਕੀ ਸਾਰੇ ਸਰੂਪ ਗੁਪਤ ਹੋ ਗਏ ਨੇ। ਜੀ। ਇਹ ਪੰਥ ਦੀ ਤਰਾਸਦੀ ਵੀ ਰਹੀ ਹੈ ਕਿ ਸਾਡਾ ਹੱਥ ਲਿਖਤ ਖਜ਼ਾਨਾ ਬਹੁਤ ਜ਼ਿਆਦਾ ਨਸ਼ਟ ਜਿਹੜਾ ਹੋਇਆ ਵੀ ਹੈ ਤੇ ਹੋ ਵੀ ਰਿਹਾ। ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਜੀ। ਮੈਂ ਛੋਟਾ ਹੁੰਦਾ ਸੀ ਜਦੋਂ ਮਾਸਟਰ ਗਿਆਨ ਸਿੰਘ ਜੀ ਤੇ ਰਣਧੀਰ ਸਿੰਘ ਜੀ ਰਿਸਰਚਰ ਵਾਹ। ਤੇ ਬਹੁਤ ਵਿਦਵਾਨ ਲਗਾਤਾਰ ਬੈਠ ਕੇ ਉਹਨਾਂ ਨੇ 500 ਹੱਥ ਲਿਖਤ ਬੀੜਾਂ ਪ੍ਰਕਾਸ਼ਿਤ ਕੀਤੀਆਂ ਸੀ, 4 ਚੁਫੇਰੇ ਉਹਨਾਂ ਤੇ ਨੰਬਰ ਲਾਏ ਸੀ ਤੇ ਪਾਠ ਦੀ ਸੁਧਾਈ ਕੀਤੀ। ਕਰੀਬਨ ਉਹਨਾਂ ਨੂੰ 12 ਸਾਲ ਤੋਂ ਵੱਧ ਸਮਾਂ ਲੱਗਾ ਆਦ ਬਾਣੀ ਦੀ ਸੁਧਾਈ ਕਰਨ ਦੇ ਉੱਤੇ। ਫਿਰ ਉਹ ਸਰੂਪ ਸ਼੍ਰੋਮਣੀ ਕਮੇਟੀ ਨੇ ਛਾਪਿਆ ਸੀ। ਉਹਦੇ ਤੇ ਵਾਦ ਵਿਵਾਦ ਹੋਣ ਦੇ ਬਾਅਦ ਕਈ ਤਰ੍ਹਾਂ ਦੇ ਮਸਲੇ ਖੜੇ ਹੋ ਗਏ। ਇਸੇ ਤਰ੍ਹਾਂ ਉੱਥੇ ਅੱਜ ਰੈਫਰੈਂਸ ਲਾਇਬ੍ਰੇਰੀ ਕੋਲ ਵੀ ਉਹ ਬੀੜਾਂ ਨਹੀਂ ਹੈਗੀਆਂ, ਜੀ। ਉਹ ਸਾਰੇ ਗ੍ਰੰਥ ਨਹੀਂ ਹੈਗੇ। ਸਾਰਿਆਂ ਨਾਲੋਂ ਸੁਰੱਖਿਅਤ ਲਾਇਬ੍ਰੇਰੀ ਲੰਡਨ ਦੇ ਵਿੱਚ ਬ੍ਰਿਟਿਸ਼ ਲਾਇਬ੍ਰੇਰੀ ਆ। ਉਹ ਅਸੀਂ ਜਾ ਕੇ ਦੇਖੀ ਆ। ਉੱਥੇ ਸਾਨੂੰ ਉਥੋਂ ਦੇ ਗੁਪਤ ਸੂਤਰਾਂ ਤੋਂ ਪਤਾ ਲੱਗਾ ਵੀ 2500 ਤੋਂ ਵੱਧ ਇੱਥੇ ਸਰੂਪ ਦੇ ਗੁਰੂ ਸਾਹਿਬ ਦੇ, ਜਿਨ੍ਹਾਂ ਵਿੱਚੋਂ 13 ਸਰੂਪਾਂ ਦੇ ਉਹ ਦਰਸ਼ਨ ਕਰਦੇ ਨੇ। ਉੱਥੇ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਆਦਿ ਦਸਮ ਦੇ ਸਰੂਪ ਤੋਂ ਪਾਠ ਕਰਦੇ ਸੀ ਆਪ, ਉਹਦੇ ਦਰਸ਼ਨ ਅਸੀਂ ਕੀਤੇ ਨੇ। ਮਹਾਰਾਣੀ ਜਿੰਦਾਂ ਦੇ ਗੁਟਕੇ ਦੇ ਦਰਸ਼ਨ ਕੀਤੇ ਨੇ ਤੇ 7-8 ਅਸੀਂ ਦਸਮ ਪਾਤਸ਼ਾਹ ਦੀਆਂ ਬੀੜਾਂ ਦੇ ਦਰਸ਼ਨ ਕੀਤੇ ਹੱਥ ਲਿਖਤ। ਫਿਰ ਸਾਡਾ ਟਾਈਮ ਖਤਮ ਹੋ ਗਿਆ। ਉਹ ਟਾਈਮ ਹੁੰਦਾ ਸੀਮਤ ਵੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਤੁਸੀਂ ਦੇਖ ਸਕਦੇ। ਤੇ ਉੱਥੇ ਉਹਨਾਂ ਨੇ ਜਿੰਨੀ ਸੰਭਾਲ ਕੀਤੀ ਹੈ ਇੰਨੀ ਕਿਤੇ ਵੀ ਨਹੀਂ ਗਈ। ਇਸੇ ਤਰ੍ਹਾਂ ਤਖਤ ਪਟਨਾ ਸਾਹਿਬ ਅਸੀਂ ਗਏ ਹਾਂ। ਉੱਥੇ ਜਥੇਦਾਰ ਇਕਬਾਲ ਸਿੰਘ ਜੀ ਦੇ ਟਾਈਮ ਦੇ ਉੱਤੇ ਅਸੀਂ ਕਰੀਬਨ ਉੱਥੇ 80 ਦੇ ਕਰੀਬ ਸਰੂਪ ਨੇ ਹੱਥ ਲਿਖਤ, ਜਿਨ੍ਹਾਂ ਵਿੱਚੋਂ ਉਸ ਵੇਲੇ ਕਾਫੀ ਸਾਲ ਪਹਿਲਾਂ ਦੀ ਗੱਲ ਆ, ਅਸੀਂ ਸਪੈਸ਼ਲੀ ਫੋਟੋਗ੍ਰਾਫਰ ਨੂੰ ਸੱਦ ਕੇ ਪੂਰੇ ਪੈਸੇ ਦੇ ਕੇ ਕੁਝ ਬੀੜਾਂ ਦੀਆਂ ਚੋਣਵੀਆਂ ਫੋਟੋ ਲਿਆਂਦੀਆਂ। ਜਦੋਂ ਅਸੀਂ ਦੂਜੀ ਵੇਰ ਗਏ ਹਾਂ, ਫਿਰ ਉਹਦੀ ਸਾਰੀ ਜਿਹੜੀ ਇੱਕ ਸਪੈਸ਼ਲ ਬੀੜ ਬਾਬਾ ਦੀਪ ਸਿੰਘ ਜੀ ਦੀ, ਬਾਬਾ ਸੁੱਖਾ ਸਿੰਘ ਜੀ ਦੀ, ਉਹਦੀ ਸਾਰੀ ਡਿਜੀਟਲ ਕਾਪੀ ਆ, ਉਹ ਵੀ ਸਾਡੇ ਕੋਲ ਹੈਗੀਆਂ ਨੇ। ਜੀ। ਇਸੇ ਤਰ੍ਹਾਂ ਹੋਰ ਵੱਖ-ਵੱਖ ਲਾਇਬ੍ਰੇਰੀਆਂ ਨੇ। ਪੰਜਾਬ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਸਾਂਭ ਕੇ ਰੱਖਿਆ। ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਜਾ ਕੇ ਦੇਖਿਆ, ਉੱਥੇ ਵੀ ਬਹੁਤ ਵੱਡਾ ਖਜ਼ਾਨਾ। ਇਸੇ ਤਰ੍ਹਾਂ ਅੰਮ੍ਰਿਤਸਰ ਦੀ ਲਾਇਬ੍ਰੇਰੀ ਆ, ਹੋਰ ਥਾਵਾਂ ਦੇ ਉੱਤੇ ਜਿੰਨੀਆਂ ਲਾਇਬ੍ਰੇਰੀਆਂ ਨੇ ਉਹਨਾਂ ਦੇ ਵਿੱਚ ਤੇ ਗੁਰੂ ਕੇ ਸਥਾਨਾਂ ਤੇ ਨਿਰਮਲੇ ਸੰਤਾਂ ਦੇ ਪਾਸ, ਉਦਾਸੀ ਸੰਤਾਂ ਦੇ ਪਾਸ, ਨਿਹੰਗਾਂ ਸਿੰਘਾਂ ਦੇ ਪਾਸ ਬਹੁਤ ਪੁਰਾਤਨ ਸਰੂਪ ਨੇ। ਅਜੇ ਇਹਦੇ ਤੇ ਖੋਜ ਹੋਣੀ ਬਹੁਤ ਬਾਕੀ। ਜੀ ਗਣੀ ਆਮ ਤੌਰ ਤੇ ਕਿਤਾਬਾਂ ਦੇ ਵਿੱਚ ਇਹ ਪੜਨ ਨੂੰ ਮਿਲਦਾ ਹੈ ਕਿ ਜੋ ਦਸਮ ਦੀ ਬਾਣੀ ਹੈ ਉਹ ਵੱਖ-ਵੱਖ ਪੋਥੀਆਂ ਦੇ ਰੂਪ ਦੇ ਵਿੱਚ ਸੀ। ਬਿਲਕੁਲ ਤੇ ਸਹੀ। ਇਹ ਗੱਲ ਦਰਸ਼ਕਾਂ ਵੀ ਜਾਣਨ ਚਾहेंगे ਕਿ ਜੋ ਦਸਮ ਬਾਣੀ ਦੀ ਇੱਕ ਗ੍ਰੰਥ ਦੇ ਰੂਪ ਦੇ ਵਿੱਚ ਜੋ ਜਿਲਦ ਹੈ, ਉਹ ਸਾਰੀ ਬਾਣੀ ਕਦੋਂ ਇਕੱਤਰ ਕੀਤੀ ਗਈ ਜਿਲਦ ਰੂਪ ਦੇ ਵਿੱਚ ਤੇ ਕਿਸ ਨੇ ਇਕੱਤਰ ਕੀਤੀ? ਜਿਵੇਂ ਇਸ ਬਾਰੇ ਧਾਰਨਾਵਾਂ ਵੀ ਜੋ ਸਾਖੀਆਂ ਮਿਲਦੀਆਂ ਹੈ ਕਿ ਸੁੱਖਾ ਸਿੰਘ ਮਤਾਬ ਸਿੰਘ ਜਦੋਂ ਸਿਰ ਵੱਢਣ ਗਏ ਮੱਸਾ ਰੰਗੜ ਦਾ, ਜਿਵੇਂ ਉਹਨਾਂ ਨੇ ਕਿਹਾ ਸੀ ਵੀ ਸਰੂਪ ਉਦੋਂ ਇਹ ਮਸਲਾ ਸੀ ਵੀ ਇਹ ਇੱਕ ਗ੍ਰੰਥ ਬਣੇ ਜਾਂ ਵੱਖ-ਵੱਖ ਪੋਥੀਆਂ ਰਹਿਣ। ਇਹ ਕਦੋਂ ਬਣਿਆ ਗਿਆ ਜੀ? ਉਹ ਫਿਰ ਜਦੋਂ ਮਸਲਾ ਖਤਮ ਹੋ ਗਿਆ ਸੁੱਖਾ ਸਿੰਘ ਮਤਾਬ ਸਿੰਘ ਵਾਲਾ ਜੀ, ਤੇ ਉਹ ਇੱਕ ਬੀੜ ਨੂੰ ਪ੍ਰਵਾਨਗੀ ਮਿਲ ਗਈ ਜੀ। ਪਰ ਉਹਦੇ ਤੋਂ ਪਹਿਲਾਂ ਹੀ ਭਾਈ ਮਨੀ ਸਿੰਘ ਜੀ ਨੇ
ਸਾਰੀਆਂ ਬਾਣੀਆਂ ਇਕੱਠੀਆਂ ਕਰਕੇ ਬੀੜ ਬਣਾਈ। ਜੀ ਭਾਈ ਮਨੀ ਸਿੰਘ ਜੀ ਨੇ ਇੱਕ ਬੀੜ ਐਸੀ ਵੀ ਬਣਾਈ ਜਿਵੇਂ ਅਸੀਂ ਦੇਖਦੇ ਹਾਂ ਵੀ 9ਵੇਂ ਪਾਤਸ਼ਾਹ ਦੀ ਬਾਣੀ ਗੁਰੂ ਅਰਜਨ ਦੇਵ ਨੇ ਤਾਂ ਚੜ੍ਹਾਈ ਨਹੀਂ, ਇਹ 10ਵੇਂ ਪਾਤਸ਼ਾਹ ਨੇ ਚੜ੍ਹਾਈ ਆ। ਤੇ ਭਾਈ ਮਨੀ ਸਿੰਘ ਦੇ ਮਨ ਚ ਆਇਆ ਵੀ 10ਵੇਂ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਕੌਣ ਚੜਾਵੇ, ਇਹ ਤਾਂ ਪੰਥ ਦਾ ਕੰਮ ਆ। ਵਾਹ ਭਾਈ ਮਨੀ ਸਿੰਘ ਜੀ ਨੇ ਸਾਰੀ ਆਦਿ ਦੀ ਬਾਣੀ ਤੇ ਦਸਮ ਦੀ ਬਾਣੀ ਇੱਕ ਜਿਲਦ ਦੇ ਵਿੱਚ ਤਿਆਰ ਕੀਤੀ, ਜੀ ਜਿਹੜਾ ਸਰੂਪ ਇਸ ਵੇਲੇ ਦਿੱਲੀ ਦੇ ਵਿੱਚ ਬਿਰਾਜਮਾਨ ਆ। ਤੁਸੀਂ ਜੀ। ਕਿਹਾ ਨਾ ਕਵੀਆਂ ਦੀ, ਕੁਝ ਲੋਕ ਕਹਿੰਦੇ ਆ ਕਵੀਆਂ ਦੀ ਰਚਨਾ। ਜੀ ਬਿਲਕੁਲ। ਉਹਦੇ ਚ ਭਾਈ ਮਨੀ ਸਿੰਘ ਜੀ ਨੂੰ ਜਦੋਂ ਮਾਤਾ ਸੁੰਦਰ ਕੌਰ ਜੀ ਨੇ ਲਿਖਾਰੀ ਲਾਇਆ ਨਾ, ਮਾਤਾ ਸੁੰਦਰੀ ਜੀ ਨੇ, ਜੀ ਤੇ ਉਹਨਾਂ ਦੀ ਬੀੜ ਬੰਨਣ ਦੀ ਸਾਰੀ ਸੇਵਾ ਦਸਮ ਦੀ ਲਾਈ। ਭਾਈ ਮਨੀ ਸਿੰਘ ਨੂੰ ਨਿਯੁਕਤ ਇਸ ਕਰਕੇ ਕੀਤਾ ਗਿਆ ਸੀ ਕਿ ਇਹ 10ਵੇਂ ਪਾਤਸ਼ਾਹ ਦੀ ਹਰ ਇੱਕ ਬਾਣੀ ਦੇ ਜਾਣੂ ਹੈ, ਇਹ ਪੂਰੀ ਛਾਣਬੀਣ ਕਰ ਸਕਦਾ। ਮੰਨ ਲਓ ਇੱਕ ਪੰਕਤੀ ਵੀ ਵਿੱਚ ਕੋਈ ਆਉਂਦੀ ਆ ਨਾ, ਤਾਂ ਭਾਈ ਮਨੀ ਸਿੰਘ ਜੀ ਇੱਕ ਐਸੇ ਸਿੱਖ ਸੀਗੇ ਜਿਹੜੇ ਛਾਣਬੀਣ ਕਰ ਸਕਦੇ ਵੀ ਇਹ ਪੰਕਤੀ ਪਾਤਸ਼ਾਹ ਦੀ ਹੈ ਜਾਂ ਨਹੀਂ। ਜੀ ਤੇ ਭਾਈ ਮਨੀ ਸਿੰਘ ਜੀ ਨੇ ਇਸ ਕੰਮ ਨੂੰ ਬੜੀ ਦ੍ਰਿੜਤਾ ਨਾਲ, ਵਿਸ਼ਵਾਸ ਅਤੇ ਸ਼ਰਧਾ ਨਾਲ ਨਿਭਾਇਆ। ਉਹ ਸਾਰੀ ਦਸਮ ਦੀ ਬਾਣੀ ਨੂੰ ਇਕੱਠਾ ਕਰਨ ਦਾ ਉਪਰਾਲਾ, ਜਿਹੜਾ ਬੀੜ ਬੰਨਣ ਦਾ ਜਿਹੜਾ ਉਪਰਾਲਾ ਭਾਈ ਮਨੀ ਸਿੰਘ ਨੇ ਕੀਤਾ, ਉਹ ਕਾਬਿਲ ਤਾਰੀਫ ਹੈ। ਜੀ ਤੇ ਇਹਦੇ ਚ ਕਿਸੇ ਸਿੱਖ ਨੂੰ ਇਸ ਗੱਲ ਤੋਂ ਸ਼ੱਕ ਨਹੀਂ ਕਰਨਾ ਚਾਹੀਦਾ। ਭਾਈ ਮਨੀ ਸਿੰਘ ਜੀ ਤੇ ਸ਼ੱਕ ਜਾਂਦਾ ਜੇ ਕੋਈ ਕਰਦਾ ਆ ਵੀ ਇਹ ਚ ਕਵੀਆਂ ਦੀ ਬਾਣੀ ਹੋ ਸਕਦੀ ਆ। ਜੀ ਠੀਕ ਹੈ ਨਾ ਜੀ, ਕਿਉਂਕਿ ਭਾਈ ਮਨੀ ਸਿੰਘ ਜੀ ਸਾਡੇ ਪੰਥ ਚੋਂ ਸਿੱਖ ਹੈ ਜਿਨ੍ਹਾਂ ਨੇ ਪੰਥ ਲਈ ਬੰਦ-ਬੰਦ ਕਟਾਏ ਆ, ਤੇ ਉਹਨਾਂ ਨੇ ਫਿਰ ਮਾਤਾ ਜੀ ਦੀ ਨਿਗਰਾਨੀ 'ਚ ਸਾਰਾ ਕੰਮ ਹੋਇਆ। ਭਾਈ ਮਨੀ ਸਿੰਘ ਜੀ ਨੇ ਕੰਮ ਕੀਤਾ। ਜੇ ਕੋਈ ਫੇਰ ਵੀ ਇਹ ਸ਼ੰਕਾ ਕਰਦਾ ਆ ਭਾਈ ਮਨੀ ਸਿੰਘ ਜੀ ਤੇ ਜਾਂ ਦਸਮ ਦੇ ਸਰੂਪ ਤੇ, ਤਾਂ ਉਹਦੀ ਦ੍ਰਿੜਤਾ 'ਚ ਕਮੀ ਹੋ ਸਕਦੀ ਹੈ। ਜੀ ਤੇ ਸਾਡੀ ਜਿਹੜੀਆਂ ਲਿਖਤਾਂ ਵੀ ਨੇ, ਜਿਵੇਂ ਜਿਹੜਾ ਬੰਸਾਵਲੀਨਾਮਾ 10 ਪਾਤਸ਼ਾਹੀਆਂ ਦਾ, ਉਹਦੇ ਵਿੱਚ ਵੀ ਗੱਲ ਇੱਕ ਮਿਲਦੀ ਹੈ। ਕਹਿੰਦੇ ਵੀ ਜਿਹੜੇ ਭਾਈ ਸਤੀਦਾਸ ਜੀ ਸਨ, ਉਹਨਾਂ ਬਾਰੇ ਵੀ ਲਿਖਿਆ ਕਿ 9ਵੇਂ ਪਾਤਸ਼ਾਹ ਮਹਾਰਾਜ ਜਦੋਂ ਬਾਣੀ ਤਿਆਰ ਕਰਦੇ ਸਨ ਕਿ ਸਾਹਿਬਾਂ ਜੋ ਬਾਣੀ ਕਰਨ ਉਚਾਰ, ਸੋ ਸਤੀਦਾਸ ਕਰਨ ਫਾਰਸੀ ਅੱਖਰਾਂ ਵਿੱਚ ਉਤਾਰ। ਤੋ ਇਹ ਵੀ ਜਿਹੜਾ ਲਿਖਿਆ ਮਿਲਦਾ। ਤੇ ਹੁਣ ਜਿਵੇਂ ਲਿਖਾਰੀਆਂ ਦੀ ਗੱਲ ਹੋਈ ਆ, ਸੋ ਸੰਤ ਜੀ ਆਪ ਜੀ ਇਹ ਦੱਸਣਾ ਕਰੋ ਕਿ ਜੋ ਲਿਖਾਰੀਆਂ ਦਾ ਲਿਖਣ ਕਾਰਜ ਸੀ, ਜੋ ਉਸ ਵੇਲੇ ਪਠਨ ਪਾਠਨ ਦੀ ਸ਼ੈਲੀ ਸੀ, ਕਿ ਉਹ ਪਾਉਂਟਾ ਸਾਹਿਬ ਤੋਂ ਸ਼ੁਰੂ ਕੀਤਾ ਗੁਰੂ ਸਾਹਿਬ ਨੇ ਜਾਂ ਅਨੰਦਪੁਰ ਸਾਹਿਬ ਤੋਂ ਸ਼ੁਰੂ ਕੀਤਾ ਗਿਆ? ਜਿਹੜਾ ਲਿਖਣ ਦਾ ਸਿਲਸਿਲਾ ਆਇਆ ਉਹ ਤੇ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਤੋਂ ਸ਼ੁਰੂ ਕਰ ਦਿੱਤਾ। ਜੀ ਕਿਉਂਕਿ ਸਤਿਗੁਰੂ ਜੀ ਜਦੋਂ ਹੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪਿੱਛੋਂ, ਜੀ ਤੇ ਉਦੋਂ ਤੋਂ ਹੀ ਪਹਿਲਾਂ ਹੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਵੀ ਉੱਥੇ ਸੰਗਤਾਂ ਦੇ ਵਿੱਚ ਕਈ ਅਲੱਗ-ਅਲੱਗ ਭਾਸ਼ਾ ਦੇ ਵਿਦਵਾਨ, ਸੱਜਣ, ਗੁਰਮੁਖ ਆਉਂਦੇ ਰਹਿੰਦੇ ਸਨ। ਜੀ ਉਹਨਾਂ ਵਿੱਚੋਂ ਜਿਹੜੇ ਕਵੀ ਤੇ ਲੇਖਕ ਉਹ ਅਨੰਦਪੁਰ ਸਾਹਿਬ ਹੀ ਸਤਿਗੁਰੂ ਦੀ ਹਜ਼ੂਰੀ ਵਿੱਚ ਆਉਣੇ ਸ਼ੁਰੂ ਹੋ ਗਏ। ਜੀ ਤੇ ਉਦੋਂ ਤੋਂ ਹੀ ਉਹਨਾਂ ਨੇ ਪਠਨ ਪਾਠਨ ਦੇ ਨਾਲ ਨਾਲ ਲੇਖਨ ਕਾਰਜ ਵੀ ਆਰੰਭ ਕੀਤਾ। ਤੇ ਫਿਰ ਜਦੋਂ ਸਤਿਗੁਰੂ ਜੀ ਪੌਂਟਾ ਸਾਹਿਬ ਗਏ, ਪੌਂਟਾ ਸਾਹਿਬ ਜਾ ਕਰਕੇ ਮਹਾਰਾਜ ਜੀ ਨੇ ਇਸ ਕਾਰਜ ਦਾ ਵਿਸ਼ੇਸ਼ ਜਿਹੜਾ ਹੀ ਪ੍ਰਬੰਧ ਕੀਤਾ। ਉੱਥੇ ਇੱਕ ਉਹਨਾਂ ਨੇ ਖਾਸ ਕਰਕੇ ਕਵੀ ਜਨਾਂ ਦੀ ਸਭਾ ਤੇ ਲੇਖਣ ਵਾਸਤੇ ਇੱਕ ਬਿਲਡਿੰਗ ਵੀ ਬਣਾਈ, ਯਾਨੀ ਕਵੀ ਦਰਬਾਰ ਇੱਕ ਸਜਦਾ ਸੀ। ਉਹਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਕਵੀ ਲੋਕ, ਲੇਖਕ ਲੋਕ ਬੈਠ ਕੇ ਜਿੱਥੇ ਚਰਚਾ ਕਰਦੇ, ਉੱਥੇ ਨਾਲ ਲੇਖਣ ਕਾਰਜ ਵੀ ਆਰੰਭ ਹੁੰਦਾ ਸੀ। ਇਹ ਫਿਰ ਜਿਹੜਾ ਲਿਖਣ ਦਾ ਕਾਰਜ ਸੀ ਇਹ ਪੌਂਟਾ ਸਾਹਿਬ ਤੇ ਹੁੰਦਾ ਹੀ ਰਿਹਾ। ਉਸ ਤੋਂ ਬਾਅਦ ਜਦੋਂ ਸਤਿਗੁਰੂ ਜੀ ਅੱਗੇ ਸਤਿਗੁਰੂ ਨੇ ਸਫ਼ਰ ਆਰੰਭ ਕੀਤਾ ਹੈ ਤੇ ਅਲੱਗ-ਅਲੱਗ ਥਾਵਾਂ ਤੇ ਹੁੰਦੇ ਹੋਏ ਸਤਿਗੁਰੂ ਜੀ ਜਿਵੇਂ ਦਮਦਮਾ ਸਾਹਿਬ ਦੀ ਧਰਤੀ ਤੇ ਵੀ ਕੁਝ ਜ਼ਿਆਦਾ ਇਸ ਵਿੱਚ ਖਾਸ ਕਰਕੇ ਜਿਹੜਾ ਹੀ ਮਹਾਰਾਜ ਜੀ ਨੇ ਲਿਖਣ, ਪਠਨ ਪਾਠਨ ਲਿਖਣ ਦਾ ਕਾਰਜ ਕੀਤਾ। ਤੇ ਅੰਤ ਤੱਕ ਮਹਾਰਾਜ ਜੀ ਦੇ ਕੁਝ ਲੋਕ, ਕਵੀ ਲੋਕ ਅੰਤ ਤੱਕ ਮਹਾਰਾਜ ਜੀ ਦੇ ਨਾਲ, ਬਹੁਤੇ ਨਹੀਂ ਫਿਰ ਵੀ ਕੁਝ ਵਿਦਵਾਨ ਜਾਂ ਲੇਖਕ ਹਜੂਰ ਸਾਹਿਬ ਤੱਕ ਵੀ ਗਏ। ਉਹਨਾਂ ਦੇ ਵਿੱਚ ਖਾਸ ਕਰਕੇ ਜਿਵੇਂ ਆਪ ਜੀ ਨੂੰ ਪਤਾ ਹੋਏਗਾ ਸੰਕੇਤ ਮਾਤਰ ਵੀ ਪੌਂਟਾ ਸਾਹਿਬ ਸਤਿਗੁਰੂ ਜੀ ਨੇ ਸ਼ਸਤਰ ਤੇ ਸ਼ਾਸਤਰ ਦੀ ਵਿਸ਼ੇਸ਼ ਵਿੱਦਿਆ ਵੱਲ ਧਿਆਨ ਦਿੱਤਾ। ਉਹਦੇ ਵਿੱਚ ਨਿਰਮਲੇ ਸੰਤਾਂ ਨੂੰ ਵਿਸ਼ੇਸ਼ ਬ੍ਰਹਮ ਵਿਦਿਆ ਦਾ ਸ਼ਾਸਤਰ ਦੀ ਵਿਦਿਆ ਬਖਸ਼ੀ। ਉਹਨਾਂ ਵਿੱਚੋਂ ਉਦਾਸੀ, ਨਿਰਮਲੇ, ਨਿਹੰਗ ਸਿੰਘ, ਸਾਰੀਆਂ ਸੰਪਰਦਾਵਾਂ ਦੇ ਲੋਕ ਜਿਹੜੇ ਉਹ ਨਾਲ ਕਵੀ ਦਾ ਕੰਮ ਵੀ ਕਰਦੇ ਸਨ, ਜਿਵੇਂ ਭਾਈ ਮਨੀ ਸਿੰਘ ਜੀ ਮਹਾਰਾਜ, ਬਾਬਾ ਦੀਪ ਸਿੰਘ ਜੀ ਮਹਾਰਾਜ, ਹੋਰ ਵੀ ਐਸੇ ਮਹਾਨ ਵਿਦਵਾਨ। ਯਾਨੀ ਸਤਿਗੁਰੂ ਜੀ ਨੇ ਪੌਂਟਾ ਸਾਹਿਬ, ਅਨੰਦਪੁਰ ਸਾਹਿਬ, ਦਮਦਮਾ ਸਾਹਿਬ ਇਤਿਆਦਿ ਸਥਾਨਾਂ ਤੇ ਸਾਰਾ ਲੇਖਣ ਦਾ ਜਿਹੜਾ ਕਾਰਜ ਸੀ ਉਹ ਕਰਵਾਇਆ। ਜੀ ਗਿਆਨੀ ਕੁਲਵਿੰਦਰ ਸਿੰਘ ਜੀ, ਲਿਖਾਰੀਆਂ ਬਾਰੇ ਆਪ ਵੀ ਥੋੜੀ ਹੋਰ ਜਾਣਕਾਰੀ। ਹਾਂਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਸਭਾ ਦੇ ਵਿੱਚ, ਆਪਣੀ ਬਾਰਗਾਹ ਦੇ ਵਿੱਚ 52 ਕਵੀ ਤੇ 32 ਲਿਖਾਰੀ ਰੱਖੇ ਹੋਏ ਸਨ। ਤੇ 32 ਲਿਖਾਰੀਆਂ ਨੂੰ ਮਹਾਰਾਜ ਸਾਹਿਬ ਜੀ ਨੇ ਜਥੇਦਾਰ ਬਣਾਇਆ ਹੋਇਆ ਸੀ। ਇਹਨਾਂ ਦੇ ਅੰਤਰਗਤ ਹੋਰ ਅਨੇਕਾਂ ਅੱਗੇ ਲਿਖਾਰੀ ਸਨ। ਤੇ ਸਾਰੇ ਲਿਖਾਰੀਆਂ ਦੇ ਵਿੱਚੋਂ ਜਿਹੜੇ ਸ਼੍ਰੋਮਣੀ ਲਿਖਾਰੀ ਸਨ
ਉਹ ਬਾਬਾ ਦੀਪ ਸਿੰਘ ਸਾਹਿਬ ਜੀ ਸਨ। ਤੇ ਭਾਈ ਨੰਦ ਲਾਲ ਸਾਹਿਬ ਜੀ ਜੋ ਫਾਰਸੀ ਦੀ ਰਚਨਾ ਲਿਖਦੇ ਰਹੇ, ਉਹਦਾ ਲਿਪੀਕਰਨ ਗੁਰਮੁਖੀ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਕਰਦੇ ਰਹੇ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਵੀ ਪਾਵਨ ਬਾਣੀ ਉਚਾਰਨ ਕਰਦੇ ਉਹਨੂੰ ਪੋਥੀ ਸਾਹਿਬਾਨਾਂ ਵਿੱਚ ਲਿਖਦੇ। ਵਿਸਾਖੀ ਦਾ ਜਾਂ ਹੋਲੇ ਮਹੱਲੇ ਦਾ ਜਦੋਂ ਜੋੜ ਮੇਲਾ ਆਉਂਦਾ ਤਾਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਹੜੇ ਕੋਈ ਗੁਰੂ ਕੇ ਸਿੱਖ ਮੋਹਰੇ ਆਉਂਦੇ, ਸ਼੍ਰੋਮਣੀ ਆਉਂਦੇ, ਉਹਨਾਂ ਮੋਹਰੀ ਸਿੱਖਾਂ ਨੂੰ ਮਹਾਰਾਜ ਸਾਹਿਬ ਜੀ ਪੋਥੀ ਸਾਹਿਬ ਬਖਸ਼ ਕਰਕੇ ਨਿਹਾਲ ਕਰਤਾਰਥ ਕਰਦੇ ਵੀ ਆਪਣੀ ਧਰਮਸ਼ਾਲਾ ਵਿੱਚ ਪੋਥੀ ਸਾਹਿਬ ਦਾ ਪ੍ਰਕਾਸ਼ ਕਰੋ, ਇਹ ਗੁਰਬਾਣੀ ਦਾ ਪਠਨ ਕਰੋ, ਇਸ ਦੀ ਕਥਾ ਕਰਕੇ ਤੇ ਗੁਰਸਿੱਖਾਂ ਦੇ ਵਿੱਚ ਵੀਰ ਰਸ ਭਰੋ ਤੇ ਉਹਨਾਂ ਨੂੰ ਨੇਕੀ ਦਾ ਮਾਰਗ ਦਿਖਾਓ। ਸੋ ਇਹਨਾਂ 32 ਲਿਖਾਰੀਆਂ ਦੀਆਂ 32 ਮਿਸਲਾਂ ਸਨ। ਇੱਕ ਤੇ 12 ਮਿਸਲਾਂ ਨੇ ਜੋ ਸਿੱਖ ਰਾਜ ਵੇਲੇ ਬਣੀਆਂ। ਇੱਕ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਵੀ ਗੁਰੂ ਖਾਲਸਾ ਜੀ 32 ਮਿਸਲਾਂ ਸਨ ਜਿਨ੍ਹਾਂ ਨੂੰ ਲਿਖਾਰੀਆਂ ਦੀ ਮਿਸਲ ਕਿਹਾ ਜਾਂਦਾ ਸੀ। ਮਿਸਲ ਦਾ ਅਰਥ ਹੁੰਦਾ ਹੈ ਜਥਾ। ਤੋ ਜਥੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਧੀਨ ਜਿੰਨੇ ਲਿਖਾਰੀ ਸਨ ਉਹਨਾਂ ਲਿਖਾਰੀਆਂ ਨੂੰ ਕਹਿੰਦੇ ਸਨ ਵੀ ਇਹ ਬਾਬਾ ਦੀਪ ਸਿੰਘ ਜੀ ਦੀ ਮਿਸਲ ਦੇ ਲਿਖਾਰੀ ਨੇ। ਇਸੇ ਤਰੀਕੇ ਦੇ ਨਾਲ ਭਾਈ ਮਣੀ ਸਿੰਘ ਸਾਹਿਬ ਜੀ ਦੇ ਅਧੀਨ ਜਿੰਨੇ ਲਿਖਾਰੀ ਸਨ ਉਹਨਾਂ ਲਿਖਾਰੀਆਂ ਨੂੰ ਕਿਹਾ ਜਾਂਦਾ ਸੀ ਵੀ ਇਹ ਭਾਈ ਮਣੀ ਸਿੰਘ ਜੀ ਦੀ ਮਿਸਲ ਦੇ ਲਿਖਾਰੀ ਨੇ। ਫਿਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਆਨੰਦਗੜ੍ਹ ਸਾਹਿਬ ਛੱਡਿਆ, ਆਨੰਦਾਂ ਦੀ ਪੁਰੀ ਨੂੰ ਛੱਡਿਆ, ਤਾਂ ਉਸ ਵਕਤ ਜਿਹੜੇ ਸੂਰਮੇ ਸਨ ਉਹ ਇੱਕ ਪਾਸੇ ਨੂੰ ਚਲੇ ਗਏ, ਜਿਹੜੇ ਵਿਦਵਾਨ ਸਨ ਉਹ ਜਿੱਧਰ ਨੂੰ ਪਾਸਾ ਮਿਲਿਆ ਉਧਰ ਨੂੰ ਚਲੇ ਗਏ, ਤੇ ਉਸ ਵਕਤ ਲਿਖਾਰੀ ਵੀ ਖਿੰਡ ਪੁੰਡ ਗਏ। ਤੋ ਕੁਝ ਲਿਖਾਰੀ ਸ਼੍ਰੀ ਪਟਨੇ ਸਾਹਿਬ ਚਲੇ ਗਏ ਤੇ ਪਟਨੇ ਦੇ ਮਿਸਲ ਦੇ ਲਿਖਾਰੀ ਵੀ ਗੁਰੂ ਖਾਲਸਾ ਜੀ ਮਸ਼ਹੂਰ ਰਹੇ। ਜਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਅਦਭੁਤ ਬੀੜ ਹੈ ਜਿਸ ਦੇ ਉੱਪਰ ਸੋਇਨੇ ਦਾ ਕੰਮ ਕੀਤਾ ਹੋਇਆ ਹੈ ਤੇ ਸੁਨਹਿਰੀ ਪਟਨੇ ਮਿਸਲ ਵਾਲੀ ਬੀੜ ਦਾ ਉਤਾਰਾ ਉਹਦੇ ਉੱਪਰ ਲਿਖਿਆ ਹੋਇਆ ਹੈ, ਸਨ ਸੰਮਤ ਵੀ ਲਿਖਿਆ ਹੋਇਆ ਹੈ। ਸੋ ਪਟਨੇ ਵਿਖੇ ਜੋ ਲਿਖਾਰੀਆਂ ਨੇ ਪਾਵਨ ਬੀੜ ਲਿਖੀ ਉਸ ਬੀੜ ਦਾ ਇਹ ਉਤਾਰਾ ਹੈ, ਪਟਨੇ ਮਿਸਲ ਦੀ ਬੀੜ ਦਾ ਉਤਾਰਾ ਜੀ। ਗਿਆਨੀ ਗੁਰਜੰਟ ਸਿੰਘ ਜੀ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਪਜੀ ਸਾਹਿਬ, ਸਿੱਧ ਗੋਸ਼ਟ, ਦੱਖਣੀ ਓਂਕਾਰ ਇਤਿਆਦਿਕ ਬਾਣੀਆਂ ਤੇ ਦਸਮ ਗ੍ਰੰਥ ਸਾਹਿਬ ਦੇ ਵਿੱਚ ਕਿਹੜੀਆਂ-ਕਿਹੜੀਆਂ ਬਾਣੀਆਂ ਨੇ ਉਹ ਦਰਸ਼ਕਾਂ ਨੂੰ ਥੋੜਾ ਜਿਹਾ ਚਾਨਣਾ ਪਾਓ ਜੀ। ਦਸਮ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਰੰਭਤਾ ਜਪਜੀ ਸਾਹਿਬ ਤੋਂ ਹੁੰਦੀ ਹੈ, ਬਿਲਕੁਲ, ਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਜਿਹੜੀ ਪ੍ਰਾਰੰਭਤਾ ਉਹ ਜਾਪ ਸਾਹਿਬ ਤੋਂ ਹੁੰਦੀ ਹੈ। ਫਿਰ ਅਕਾਲ ਉਸਤਤ, ਉਸ ਤੋਂ ਬਿਨਾਂ ਚੰਡੀ ਚਰਿੱਤਰ ਪਹਿਲਾ, ਦੂਜਾ, ਗਿਆਨ ਪ੍ਰਬੋਧ, ਬਚਿੱਤਰ ਨਾਟਕ, 24 ਅਵਤਾਰ, ਸ਼ਸਤਰਨਾਮ ਮਾਲਾ, ਚਰਿੱਤਰੋਪਾਖਿਆਨ ਤੇ ਜਫਰਨਾਮਾ ਤੇ ਹੋਰ ਅਸਫੋਟਕ ਬਾਣੀ ਜਿਨ੍ਹਾਂ ਬਾਰੇ ਵਿਸਥਾਰ ਚ ਗਿਆਨੀ ਜੀ ਆਪ ਜੀ ਨੂੰ ਦੱਸਣਗੇ। ਗਿਆਨੀ ਜੀ, ਪਰ ਇੱਕ ਸਵਾਲ ਮੈਂ ਆਪ ਜੀ ਤੋਂ ਇੱਥੇ ਪੁੱਛਣਾ ਚਾਹੁੰਦਾ, ਜਿਵੇਂ ਆਪ ਜੀ ਨੇ ਹੁਣ ਚਰਿੱਤਰੋਪਾਖਿਆਨ ਦੀ ਗੱਲ ਕੀਤੀ ਹੈ ਜੀ, ਆਮ ਜੋ ਸਮਾਜ ਦੇ ਵਿੱਚ ਤੇ ਜਾਂ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਇਹ ਗੱਲ ਘਰ ਕੀਤੀ ਗਈ ਹੈ ਕਿ ਚਰਿੱਤਰੋਪਾਖਿਆਨ ਦੇ ਵਿੱਚ ਇਸਤਰੀ ਦੀ ਨਿੰਦਾ ਕੀਤੀ ਗਈ ਹੈ ਜੀ, ਇਸ ਬਾਰੇ ਆਪ ਜੀ ਦੇ ਕੀ ਵਿਚਾਰ ਨੇ? ਦੇਖੋ ਜੀ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਪੰਗਤੀ ਹੈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਚ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਹੈ ਰਾਜਾਨ। ਇਸਤਰੀ ਬਾਰੇ ਹੈ ਤੇ ਮਹਾਰਾਜ ਨੇ ਕਿਹਾ ਇਸਤਰੀ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ। ਪਹਿਲੇ ਜਾਮੇ ਚ ਪਾਤਸ਼ਾਹ ਦਾ ਇਹ ਬਚਨ ਹੈ। ਤੇ ਹੁਣ 10ਵੇਂ ਪਾਤਸ਼ਾਹ ਦੀ ਬਾਣੀ ਦੀ ਜਿੱਥੇ ਗੱਲ ਆਉਂਦੀ ਆ ਉੱਥੇ 10ਵੇਂ ਪਾਤਸ਼ਾਹ ਬਚਿੱਤਰ ਨਾਟਕ ਚ ਖੁਦ ਕਹਿੰਦੇ ਆ ਵੀ ਏਕ ਰੂਪ ਕਿਨਹੂ ਪਹਿਚਾਨਾ, ਭਿੰਨ ਭਿੰਨ ਸਭ ਹੂੰ ਕਰ ਜਾਨਾ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਜਾਣੇ ਸਿੱਧ ਹਾਥ ਨਾਈ। ਵੀ ਭਿੰਨ ਭਿੰਨ ਸਮਝਣ ਵਾਲੇ ਬਹੁਤ ਆ ਲੇਕਿਨ ਇੱਕ ਰੂਪ ਸਮਝਣ ਵਾਲੇ ਕੁਛ ਹੈ। ਤੇ ਜਿਨ੍ਹਾਂ ਨੇ ਜਾਣਿਆ ਸਮਝਿਆ ਉਹਨਾਂ ਤੇ ਮਹਾਰਾਜ ਦੀ ਬਖਸ਼ਿਸ਼ ਹੋਈ ਆ, ਬਖਸ਼ਿਸ਼ ਦੇ ਪਾਤਰ ਬਣੇ ਆ ਉਹ। ਨਾਲੇ ਇੱਕ ਬੇਨਤੀ ਹੈ ਵੀ ਸਾਰੀਆਂ ਇਸਤਰੀਆਂ ਮਾੜੀਆਂ ਨਹੀਂ ਜੀ, ਸਾਰੀਆਂ ਇਸਤਰੀਆਂ ਚੰਗੀਆਂ ਨਹੀਂ ਜੀ ਉਹ ਬਚਿੱਤਰ ਨਾਟਕ ਦਸਮ ਦੇ ਵਿੱਚ ਜਿਹੜਾ ਚਰਿੱਤਰੋਪਾਖਿਆਨ ਰਚਨਾ ਨਾ, ਜੀ ਇਸੇ ਤਰ੍ਹਾਂ ਭਾਗਵਤ ਦੇ ਵਿੱਚ ਰਾਸ ਮੰਡਲ ਆਉਂਦਾ ਜੀ, ਤੇ ਉਹਦੇ ਤੇ ਹਿੰਦੂ ਵਿਦਵਾਨ ਵੀ ਕਿੰਤੂ ਪਰੰਤੂ ਕਈ ਕਰਦੇ ਨੇ ਵੀ ਇਹ ਨਹੀਂ ਸੀ ਚਾਹੀਦਾ ਪਰ ਉਹਨੂੰ ਹੀ ਉਹਨਾਂ ਨੇ 5 ਪ੍ਰਾਣ ਮੰਨਿਆ, ਜਿਵੇਂ ਪ੍ਰਾਣ ਸਾਡੇ ਜੀਵਨ ਦਾ ਆਸਰਾ ਨੇ, ਜੀ ਇਸੇ ਤਰ੍ਹਾਂ ਜਿਹੜੇ ਚਰਿੱਤਰ ਨੇ ਇਹ ਵੀ ਪ੍ਰਾਣਾਂ ਦਾ ਆਸਰਾ ਵਾ।
ਜਿਵੇਂ ਪੁਰਾਣਾ ਸਰੀਰ ਦੀ ਉਤਪਤੀ ਮਾਤਾ ਪਿਤਾ ਦੇ ਸੰਯੋਗ ਨਾਲ ਹੁੰਦੀ ਹੈ, ਜੀ ਇਸ ਕਿਰਿਆ ਨੂੰ ਆਮ ਲੋਕ ਭੈੜਾ ਤੇ ਬੁਰਾ ਗਿਣਦੇ ਨੇ, ਜੀ ਪਰ ਇਹ ਵੀ ਕਿਰਿਆ ਬੜੀ ਪਵਿੱਤਰ ਆ। ਜੇ ਕਿਰਿਆ ਨਾ ਹੋਵੇ, ਉਹ ਅੰਗ ਨਾ ਹੋਣ ਸਰੀਰ ਦੇ ਨਾਲ, ਤੇ ਅੱਗੇ ਜਗਤ ਦੀ ਉਤਪਤੀ ਨਹੀਂ ਹੋ ਸਕਦੀ। ਉਹਦੇ ਵਿੱਚ ਸਾਰਾ ਸਬਜੈਕਟ ਚੰਗੀਆਂ ਇਸਤਰੀਆਂ ਦਾ ਵੀ ਆਉਂਦਾ ਚਰਿੱਤਰਾਂ 'ਚ, ਤੇ ਮਾੜੀਆਂ ਦਾ ਵੀ ਆਉਂਦਾ। ਜੀ ਜਿੱਥੇ ਮਾੜੀਆਂ ਇਸਤਰੀਆਂ ਉੱਥੇ ਉਹਨਾਂ ਦੀ ਨਿੰਦਿਆ, ਜਿੱਥੇ ਚੰਗੀਆਂ ਇਸਤਰੀਆਂ ਉੱਥੇ ਉਹਨਾਂ ਦੀ ਸ਼ੋਭਾ ਲਿਖੀ ਹੈ। ਜਿਹੜਾ ਆਪਣਾ ਪ੍ਰਸੰਗ ਵੀ ਚੱਲ ਰਿਹਾ ਨਾ, ਇਹ ਵੀ ਇੱਕ ਰੂਪ ਨੇ ਗੁਰੂ ਸਾਹਿਬ। ਜੀ ਮੇਰੇ ਕਹਿਣ ਦਾ ਮਕਸਦ ਇਹ ਸੀ ਅਖੀਰ 'ਚ ਵੀ ਪਹਿਲੇ ਪਾਤਸ਼ਾਹ ਉਸਤਤ ਕਰਕੇ 10ਵੇਂ ਪਾਤਸ਼ਾਹ ਨਿੰਦਿਆ ਨਹੀਂ ਕਰ ਸਕਦੇ, ਤੇ ਜੇ ਨਿੰਦਿਆ ਨਹੀਂ ਕੀਤੀ ਤੇ ਜਿਹੜਾ ਉੱਥੇ ਚੈਪਟਰ ਆਉਂਦਾ ਜਾਂ ਇਨ ਚੰਚਲਾਨ ਕੇ ਚਰਿੱਤਰ ਕੋ ਚੀਨ ਸਕਤ ਨਾ ਹੈ ਕੋਈ, ਫਿਰ ਉਹ ਕੀ ਚੀਜ਼ ਹੈ? ਤੇ ਉੱਥੇ ਅਕਸਰ ਜਿਹੜੇ ਵਿਦਵਾਨ ਸੱਜਣ ਉਹ ਇਹ ਸੋਚਦੇ ਆ ਵੀ ਇਹਨਾਂ ਚੰਚਲ ਇਸਤਰੀਆਂ ਦੇ ਚਰਿੱਤਰ ਨੂੰ ਕੋਈ ਜਾਣ ਨਹੀਂ ਸਕਦਾ। ਕਿਹਨਾਂ ਚੰਚਲ ਇਸਤਰੀਆਂ ਦੇ ਜਾਂ ਕਿਹਨਾਂ ਇਸਤਰੀਆਂ ਦੇ? ਉਹ ਇਸਤਰੀ ਜਾਤੀ ਪ੍ਰਤੀ ਹੈ ਜਾਂ ਇਸਤਰੀ ਵਿਸ਼ੇਸ਼ ਪ੍ਰਤੀ ਆ? ਠੀਕ ਹੈ ਜੀ, ਇਸਤਰੀ ਜਾਤੀ ਪ੍ਰਤੀ ਕਿਹਾ ਸ਼ਬਦ ਸਾਰੀ ਇਸਤਰੀਆਂ ਨੂੰ ਕਿਹਾ ਜਾਏਗਾ। ਜੀ ਇਸਤਰੀ ਵਿਸ਼ੇਸ਼ ਪ੍ਰਤੀ ਕਿਹਾ ਉਹਨੂੰ ਕਿਹਾ ਜਾਏਗਾ ਜਿਹਦਾ ਉਹ ਕਰੈਕਟਰ ਹੈ, ਜਿਹਦੀ ਉੱਥੇ ਗੱਲ ਹੋ ਰਹੀ ਹੈ। ਜੀ ਠੀਕ ਹੈ ਜੀ। ਤੇ ਦੂਸਰੀ ਗੱਲ ਇੱਕ ਮੈਂ ਆਪਣੀ ਹੱਡ ਬਿੱਟੀ ਦੱਸ ਕੇ ਇੱਥੇ ਕਲੀਅਰ ਕਰਦਾ ਆ। ਜੀ ਮੈਂ ਨਾਮ ਲੈਣਾ ਵਾਜਬ ਨਹੀਂ ਸਮਝਾਂਗਾ। ਮੈਂ ਆਪਦੀ ਅੱਖਾਂ ਨਾਲ ਇੱਕ ਬਜ਼ੁਰਗ ਨੂੰ ਦੇਖਿਆ ਆਪਣੀ ਪੋਤੀ ਨੂੰ ਟੋਕਦਿਆਂ। ਉਹ ਮਹੱਲੇ 'ਚ ਕੋਈ ਬੀਬੀ ਜਿਹਦਾ ਆਚਰਣ ਜਿਹੜਾ ਉਹ ਸੱਭਿਅਕ ਨਹੀਂ ਸੀ, ਜੀ ਉਹਦੇ ਕੋਲ ਸਕੂਲ ਤੋਂ ਆਉਂਦਿਆਂ ਖੜਦੀ ਸੀ। ਉਹ ਦਾਦੀ ਸੁਗੜ ਸੀ, ਸਿਆਣੀ ਸੀ, ਉਹਨੇ ਦੇਖਿਆ ਵੀ ਇਹ ਗੱਲ ਗਲਤ ਹੈ। 2-4 ਵਾਰ ਦੇਖਿਆ, ਉਸ ਤੋਂ ਬਾਅਦ ਗੇਟ ਤੇ ਹੀ ਰੋਕ ਲਿਆ। ਤੇ ਉਹ ਦਾਦੀ ਆਪਦੀ ਪੋਤੀ ਨੂੰ ਕਹਿੰਦੀ ਆ, ਗੱਲ ਸੁਣ ਲੈ ਕੁੜੀਏ, ਇਹੋ ਜਿਹੀਆਂ ਇਸਤਰੀਆਂ ਦੇ ਮੱਥੇ ਨਹੀਂ ਲੱਗੀਦਾ ਹੁੰਦਾ, ਇਹ ਮਾੜੀਆਂ ਹੁੰਦੀਆਂ ਨੇ। ਹੁਣ ਇੱਥੇ ਕਹਿਣ ਵਾਲੀ ਵੀ ਇਸਤਰੀ ਹੈ, ਜੀ ਜਿਹਨੂੰ ਕਿਹਾ ਉਹ ਵੀ ਇਸਤਰੀ ਹੈ, ਜਿਹਦੇ ਬਾਰੇ ਕਿਹਾ ਉਹ ਵੀ ਇਸਤਰੀ ਹੈ। ਦੱਸੋ ਇੱਥੇ ਇਸਤਰੀ ਜਾਤੀ ਨੂੰ ਮਾੜਾ ਕਿਹਾ ਕਿ ਇਸਤਰੀ ਵਿਸ਼ੇਸ਼ ਨੂੰ? ਵਾਹ ਬਿਲਕੁਲ ਇਸਤਰੀ ਵਿਸ਼ੇਸ਼ ਨੂੰ ਕਿਹਾ ਨਾ। ਤੇ ਮਹਾਰਾਜ ਨੇ ਜਿੱਥੇ ਗੱਲ ਕੀਤੀ ਹੈ ਚਰਿੱਤਰੋਪਾਖਿਆਨ ਦੇ ਵਿੱਚ, ਉੱਥੇ ਇੱਕ ਸਪੈਸ਼ਲ ਕਰੈਕਟਰ ਦੀ ਗੱਲ ਹੋ ਰਹੀ ਆ। ਇੱਕ ਕਰੈਕਟਰ ਨੇ ਜਿੱਦਾਂ ਦਾ ਕੀਤਾ, ਹੁਣ ਜੇ ਕਿਸੇ ਨੇ ਰਾਜੇ ਦਾ ਰਾਜ ਬਚਾਇਆ ਉਹਦੀ ਸ਼ਲਾਘਾ ਕੀਤੀ ਹੈ। ਜੀ ਜਿਸ ਇਸਤਰੀ ਨੇ ਆਪਣੇ ਸੱਤ ਦੀ ਰੱਖਿਆ ਕੀਤੀ ਆ, ਆਪਣੇ ਪਤੀਵਰਤਾ ਧਰਮ ਨੂੰ ਨਿਭਾਇਆ, ਉਹਦੀ ਉਸਤਤੀ ਕੀਤੀ ਆ ਮਹਾਰਾਜ ਨੇ। ਤੇ ਜਿੱਥੇ ਪੁਰਖ ਚਰਿੱਤਰ ਆਏ, ਪੁਰਖ ਨੇ ਚਰਿੱਤਰ ਕੀਤਾ, ਪੁਰਖਾਂ ਨੇ ਕਿਹੜਾ ਚਰਿੱਤਰ ਨਹੀਂ ਕੀਤੇ? ਤੇ ਅੱਜ ਕਿਹੜਾ ਪੁਰਖ ਚਰਿੱਤਰ ਕਰਕੇ ਪੰਥ ਨੂੰ ਢਾਹ ਨਹੀਂ ਲਾਉਂਦੇ, ਜਾਂ ਕਿਸੇ ਰਾਜ ਨੂੰ ਖਤਮ ਕਰਨ ਦੇ ਵਿੱਚ, ਖੜਾ ਕਰਨ ਦੇ ਵਿੱਚ ਪੁਰਖਾਂ ਦਾ ਯੋਗਦਾਨ ਨਹੀਂ ਹੁੰਦਾ। ਜੀ ਠੀਕ ਹੈ ਨਾ ਜੀ। ਤੇ ਮਹਾਰਾਜ ਨੇ ਜਿੱਥੇ ਗੱਲ ਕੀਤੀ ਹੈ ਚਰਿੱਤਰੋਪਾਖਿਆਨ 'ਚ, ਉੱਥੇ ਇਸਤਰੀ ਵਿਸ਼ੇਸ਼ ਦੀ ਗੱਲ ਹੈ, ਇਸਤਰੀ ਜਾਤੀ ਦੀ ਗੱਲ ਨਹੀਂ ਹੈ। ਉਹ ਜਿਸ ਤਰ੍ਹਾਂ ਇਹ ਬਜ਼ੁਰਗ ਮਾਤਾ ਨੇ ਕਿਹਾ ਵੀ ਇਹੋ ਜਿਹੀਆਂ ਇਸਤਰੀਆਂ ਦੇ ਮੱਥੇ ਨਹੀਂ ਲੱਗੀਦਾ ਹੁੰਦਾ, ਇਹੋ ਜਿਹੀਆਂ ਇਸਤਰੀਆਂ ਦਾ ਮਤਲਬ ਇੱਥੇ ਇਹ ਨਹੀਂ ਹੈ ਵੀ ਸਾਰੀ ਇਸਤਰੀ ਜਾਤੀ। ਜੀ ਠੀਕ ਹੈ ਜੀ। ਇਸੇ ਤਰ੍ਹਾਂ ਦਸਮ ਦੀ ਬਾਣੀ ਦੇ ਵਿੱਚ ਚਰਿੱਤਰੋਪਾਖਿਆਨ 'ਚ ਖਾਸ ਕਰਕੇ ਸਮਝ ਲੈਣਾ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸੁਚੱਜੀ ਤੇ ਕੁਚੱਜੀ ਤੇ ਗੁਣਵੰਤੀ ਜੀ 3 ਕਰੈਕਟਰ ਸੱਚੇ ਪਾਤਸ਼ਾਹ ਜੀ ਨੇ ਲਿਖੇ ਆ। ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਸੋ ਕੋ ਮੰਦਾ ਆਖੀਐ ਜਿਤ ਜਮੈਰਾ ਜਾਨ, ਉੱਥੇ ਸੁਚੱਜੀ ਦੀ ਗੱਲ ਵੀ ਕੀਤੀ ਹੈ, ਕੁਚੱਜੀ ਦੀ ਵੀ ਗੱਲ ਹੈ। ਸੁਹਾਗਣ ਦੇ ਨਾਲ ਦੁਹਾਗਣ ਦੀ ਗੱਲ ਵੀ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਚ ਕੀਤੀ ਹੈ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੋ ਕੋ ਮੰਦਾ ਆਖੀਐ ਜਿਤ ਜਮੈਰਾ ਜਾਨ, ਇਹਦੀ ਤਰਜਮਾਨੀ ਕਰਦਿਆਂ ਹੋਇਆਂ ਕਿਹਾ ਤੈ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਕਹਿੰਦੇ ਨੇ ਵੀ ਹੇ ਵਾਹਿਗੁਰੂ ਅਕਾਲ ਪੁਰਖ, ਜੇ ਤੂੰ ਰਾਮਚੰਦਰ ਜੀ ਨੂੰ ਬਲ ਦਿੱਤਾ ਤੇ ਉਹਨਾਂ ਨੇ ਰਾਵਣ ਨੂੰ ਮਾਰਿਆ। ਜੀ ਇਹ ਗੱਲ ਆਮ ਜੋ ਹਿੰਦੂ ਧਰਮ ਦੇ ਵੀਰ ਸਨ, ਵਿਦਵਾਨ ਸਨ, ਉਹ ਇਹ ਗੱਲ ਕਰਦੇ ਸਨ ਕਿ ਇਸਤਰੀ ਅਬਲਾ ਹੈ, ਉਹ ਆਪਣੀ ਰੱਖਿਆ ਸਵੈ ਨਹੀਂ ਕਰ ਸਕਦੀ, ਪੁਰਖ ਆਪਣੀ ਰੱਖਿਆ ਕਰ ਸਕਦਾ ਹੈ ਤੇ ਔਰਤ ਦੀ ਵੀ ਕਰ ਸਕਦਾ ਹੈ। ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸੁਚੱਜਾ ਇਸਤਰੀ ਦਾ ਕਰੈਕਟਰ ਲਿਖਿਆ ਉਹਨੂੰ ਚੰਡੀ ਦੀ ਵਾਰ ਕਹਿੰਦੇ ਨੇ, ਤੇ ਸੱਚੇ ਪਾਤਸ਼ਾਹ ਜੀ ਨੇ ਉੱਥੇ ਲਿਖਿਆ ਵੀ ਵਾਹਿਗੁਰੂ ਦੇ ਬਲ ਦੀ ਗੱਲ ਹੈ। ਜੇ ਉਹ ਬਲ ਰਾਮਚੰਦਰ ਜੀ ਨੂੰ ਮਿਲਿਆ ਤੇ ਰਾਵਣ ਦਾ ਸੰਘਾਰ ਕੀਤਾ, ਕ੍ਰਿਸ਼ਨ ਜੀ ਨੂੰ ਮਿਲਿਆ ਤੇ ਕੰਸ ਦਾ ਸੰਘਾਰ ਹੋਇਆ, ਤੇ ਜੇ ਉਹੀ ਬਲ ਔਰਤ ਜਾਤੀ ਨੂੰ ਮਿਲਿਆ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਅਦਭੁਤ ਸ਼ਕਤੀ ਇੱਕ ਔਰਤ ਜਾਤ ਨੇ ਵੱਡੇ ਵੱਡੇ ਦੈਂਤਾਂ ਦਾ ਸੰਘਾਰ ਕਰ ਦਿੱਤਾ, ਜਿਨ੍ਹਾਂ ਦੈਂਤਾਂ ਤੋਂ ਵੱਡੇ ਵੱਡੇ ਦੇਵਤੇ ਵੀ ਕੰਬਦੇ ਸਨ। ਇਹ ਸੱਚੇ ਪਾਤਸ਼ਾਹ ਜੀ ਨੇ ਸੁਚੱਜੀ ਔਰਤ ਦਾ ਕਰੈਕਟਰ ਲਿਖਿਆ ਹੈ। ਅੱਗੇ ਚਰਿੱਤਰਾਂ ਵਿੱਚ ਕੁਚੱਜੀ ਦਾ ਕਰੈਕਟਰ ਹੈ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜ੍ਹੀਏ, ਉਹਦੇ ਵਿੱਚ ਵੀ ਉਹਨਾਂ ਨੇ ਇੱਕ ਪੌੜੀ ਦੇ ਵਿੱਚ ਸੁਚੱਜੀ ਦਾ ਤੇ ਕੁਚੱਜੀ ਦਾ ਕਰੈਕਟਰ ਦਿਖਾਇਆ ਹੈ ਬਰਾਬਰ ਤੇ।
ਇਦਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਕੁਚੱਜੀ ਔਰਤਾਂ ਦਾ ਕਰੈਕਟਰ ਲਿਖਿਆ ਹੈ। ਫਿਰ ਦੇਖੋ ਚਰਿਤ੍ਰੋਪਖਿਆਨ ਪ੍ਰਾਰੰਭ ਹੁੰਦਾ ਹੈ, 405 ਚਰਿੱਤਰ ਨੇ। 405 ਚਰਿੱਤਰਾਂ ਦੇ ਵਿੱਚੋਂ ਜਿਹੜਾ ਪਹਿਲਾ ਚਰਿੱਤਰ ਆਉਂਦਾ ਹੈ ਉਹ ਸ਼ਕਤੀ ਦਾ ਚਰਿੱਤਰ ਹੈ। ਉਹ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸੁਚੱਜਾ ਪੱਖ ਔਰਤ ਜਾਤੀ ਦਾ ਉਹਦੇ ਵਿੱਚ ਲਿਖਿਆ ਹੈ। ਫਿਰ ਅੱਗੇ ਮਹਾਰਾਜ ਸਾਹਿਬ ਜੀ ਨੇ ਜਿੱਥੇ ਪੁਰਖਾਂ ਦੇ ਕਰੈਕਟਰ ਲਿਖੇ ਨੇ ਉੱਥੇ ਨਾਲ ਕੁਚੱਜੀ ਦੇ ਕਰੈਕਟਰ ਵੀ ਲਿਖੇ ਨੇ। ਸੁਚੱਜੀ ਦਾ ਇੱਕ ਹੀ ਹੈ, ਉਹ ਭਾਵੇਂ ਆਦਿ ਸ਼ਕਤੀ ਦੀ ਉਸਤਤ ਹੈ, ਉਹਨੂੰ ਵੀ ਸੱਚੇ ਪਾਤਸ਼ਾਹ ਜੀ ਨੇ ਪ੍ਰਥਮ ਅਧਿਆਏ ਲਿਖਿਆ ਹੈ, ਪ੍ਰਥਮ ਚਰਿੱਤਰ ਹੀ ਲਿਖਿਆ ਹੈ। ਉਹਦੀ ਗਿਣਤੀ ਵੀ 405 ਦੇ ਵਿੱਚ ਪਾਈ ਹੈ। ਇਸ ਲਈ ਚਰਿਤ੍ਰੋਪਖਿਆਨ ਦੇ ਵਿੱਚ ਵੀ ਦੋਨੋਂ ਹੀ ਪਕਸ਼ ਸੁਚੱਜੀ ਤੇ ਕੁਚੱਜੀ ਲਿਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਜਮਾਨੀ ਕਲਗੀਧਰ ਪਾਤਸ਼ਾਹ ਜੀ ਨੇ ਕੀਤੀ ਹੈ, ਨਾ ਕਿ ਔਰਤ ਜਾਤੀ ਦਾ ਖੰਡਨ ਕੀਤਾ ਹੈ। ਜੀ ਜੀ ਜਿਵੇਂ ਆਪ ਜੀ ਨੇ ਦੱਸਿਆ ਹੈ ਕਿ ਚੰਡੀ ਦੀ ਵਾਰ ਸ੍ਰੀ ਕ੍ਰਿਸ਼ਨ ਜੀ ਦੀ ਗੱਲ ਹੈ, ਇਹਦੇ ਵਿੱਚ ਸ੍ਰੀ ਰਾਮਚੰਦਰ ਜੀ ਦੀ ਗੱਲ ਹੈ, ਤੇ ਜਿਹੜੇ ਆਮ ਜੋ ਜਨਤਾ ਹੈ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਦਸਮ ਦੀ ਬਾਣੀ ਦੇ ਵਿੱਚ ਬਹੁਤ ਜ਼ਿਆਦਾ ਜੋ ਦੇਵੀ ਦੇਵਤਿਆਂ ਦਾ, ਹਿੰਦੂ ਅਵਤਾਰਾਂ ਦਾ ਇਹ ਜ਼ਿਕਰ ਕੀਤਾ ਹੋਇਆ ਤੇ ਬਹੁਤਾਤ ਦੇ ਵਿੱਚ ਵਿਸਥਾਰ ਦੇ ਵਿੱਚ ਇਹਦਾ ਵਰਣਨ ਹੈ। ਸਰਦਾਰ ਜਸਵੀਰ ਸਿੰਘ ਜੀ, ਆਪ ਜੀ ਕੀ ਸਮਝਦੇ ਹੋ ਕਿ ਇਹ ਗੁਰੂ ਸਾਹਿਬ ਮਹਾਰਾਜ ਨੇ ਜੋ ਅਵਤਾਰਾਂ ਦੀ ਕਥਾ ਲਿਖੀ ਹੈ, ਇਸ ਪਿੱਛੇ ਕੀ ਪ੍ਰਯੋਜਨ ਸੀ? ਜੇ ਆਪਾਂ ਇਹਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬਾਣੀ ਪੜ੍ਹੀਏ, ਜੀ ਦੂਜੇ ਪਾਤਸ਼ਾਹ ਜੀ ਦੀ, ਤੀਜੇ ਪਾਤਸ਼ਾਹ ਜੀ ਦੀ, ਜਾਂ ਚੌਥੇ ਪੰਜਵੇਂ ਪਾਤਸ਼ਾਹ ਜੀ ਦੀ, ਉਹਨਾਂ ਨੇ ਵੀ ਜਦੋਂ ਪਰਮੇਸ਼ਰ ਜੀ ਦੇ ਨਾਮਾਂ ਦਾ ਵਰਣਨ ਕੀਤਾ ਤੇ ਮਦਨ, ਮੁਰਾਰੀ, ਮੋਹਨ ਇਤਿਆਦਿਕ ਸ਼ਬਦਾਂ ਦੀ ਵਰਤੋਂ ਕੀਤੀ ਆ। ਠੀਕ ਹੈ, ਉਹ ਦਸਵਈਆਂ 'ਚ ਉਹ ਭੱਟਾਂ ਦੇ ਨੇ। ਪਰ ਜੇ ਗੁਰੂ ਦੀ ਬਾਣੀ ਜਿਹੜੀ ਆ, ਧੰਨ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਦੇ 63 ਸ਼ਲੋਕ ਆ, ਫਿਰ ਤੀਜੇ ਪਾਤਸ਼ਾਹ ਜੀ ਦੀ ਬਾਣੀ ਆ ਜਾਂ ਨਾਵੇਂ ਪਾਤਸ਼ਾਹ ਜੀ ਦੀ ਬਾਣੀ ਆ, ਉਹਨਾਂ ਨੇ ਵੀ ਜੇ ਆਪਾਂ ਕਹੀਏ ਤਾਂ ਨਾਵੇਂ ਪਾਤਸ਼ਾਹ ਜੀ ਦੇ ਹੁਣ ਪਿਤਾ ਜੀ ਕੌਣ ਨੇ? ਗੁਰੂ ਹਰਗੋਬਿੰਦ ਸਾਹਿਬ ਜੀ। ਪਰ ਜਦੋਂ ਉਹਨਾਂ ਨੇ ਵੀ ਕਿਤੇ ਦ੍ਰਿਸ਼ਟਾਂਤ ਦਿੱਤੇ ਨੇ, ਉਹ ਅਜਾਮਲ ਦਾ ਦਿੱਤਾ। ਠੀਕ ਹੈ ਨਾ, ਉਹਦਾ ਦ੍ਰਿਸ਼ਟਾਂਤ ਦੇ ਕੇ ਫਿਰ ਜੇ ਉਹਨਾਂ ਨੇ ਰਾਮ ਤੇ ਰਾਮ ਦਾ ਸ਼ਬਦ ਵਰਤਿਆ ਤੇ ਉਹਨਾਂ ਨੇ ਵੀ ਜੇ ਕਹੀਏ ਇਹ ਆਪਾਂ ਨੂੰ ਸ਼ਬਦਾਂ ਦੀ ਭ੍ਰਾਂਤੀ ਆ, ਪਰ ਉੱਥੇ ਜਿਹੜੀ ਮੇਨ ਉਸਤਤ ਆ ਉਹ ਸਤਿਗੁਰੂ ਜੀ ਨੇ ਅਕਾਲ ਪੁਰਖ। ਦੂਸਰਾ ਇਹ ਵੀ ਹੈ ਜੀ, ਦੇਖੋ ਅੱਜ ਸਿੱਖਾਂ ਦੇ ਵਿੱਚ ਕੁਝ ਬੱਚੇ ਜਿਹੜੇ ਉਹ ਵਿਗੜ ਗਏ ਨੇ, ਉਹ ਨਸ਼ਿਆਂ ਦੇ ਅਚਾਰ ਵਿੱਚ ਲੱਗ ਗਏ ਨੇ। ਭਾਵੇਂ ਉਹ ਸਿੱਖੀ ਤੋਂ ਪਛੜ ਚੁੱਕੇ ਨੇ, ਉਹਨਾਂ ਨੇ ਕੇਸ ਆਦਿ ਕਤਲ ਕਰਾ ਦਿੱਤੇ ਨੇ। ਉਹਨਾਂ ਨੂੰ ਜਦੋਂ ਕੋਈ ਦੂਸਰਾ ਬੰਦਾ ਸਿੱਖਿਆ ਦਿੰਦਾ ਏ ਗੈਰ ਧਰਮ ਦਾ, ਭਾਵੇਂ ਉਹ ਮੁਸਲਿਮ ਹੋਵੇ ਭਾਵੇਂ ਉਹ ਹਿੰਦੂ ਹੋਵੇ, ਉਹ ਇਹ ਗੱਲ ਕਹਿੰਦਾ ਏ ਵੀ ਤੁਸੀਂ ਆਪਣੇ ਪੁਰਖਿਆਂ ਵੱਲ ਵੇਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਵੱਲ ਦੇਖੋ, ਉਹਨਾਂ ਦੇ ਸਾਹਿਬਜ਼ਾਦਿਆਂ ਵੱਲ ਵੇਖੋ। ਭਾਈ ਮਣੀ ਸਿੰਘ, ਮਤੀਦਾਸ, ਸਤੀਦਾਸ ਇਤਿਆਦਿ ਗੁਰਸਿੱਖਾਂ ਦੇ ਨਾਮ ਲੈਂਦੇ ਨੇ। ਔਰੰਗਜ਼ੇਬ ਦੇ ਰਾਜ ਵਕਤ ਹਿੰਦੂਆਂ ਦੇ ਉੱਪਰ ਜੋ ਭਾਰਤ ਵਿੱਚ ਰਹਿਣ ਵਾਲੇ ਲੋਕ ਸਨ, ਉਹਨਾਂ ਦਾ ਇਹੋ ਜਿਹਾ ਬੁਰਾ ਹਾਲ ਸੀ ਕਿ ਜ਼ਾਬਰ ਲੋਕਾਂ ਨੇ ਜੇ ਥੁੱਕਣਾ ਵੀ ਹੁੰਦਾ ਸੀ ਪਾਨ ਖਾ ਕੇ, ਤੇ ਉਹ ਪੰਡਤ ਲੋਕਾਂ ਦੇ ਮੂੰਹ ਵਿੱਚ ਥੁੱਕਦੇ ਸਨ, ਤੇ ਪੰਡਤ ਵਿਚਾਰੇ ਮੂੰਹ ਅੱਡ ਕੇ ਆਪਣੇ ਮੂੰਹ ਨੂੰ ਡਸਟਬਿਨ ਬਣਾ ਲੈਂਦੇ ਸਨ ਤੇ ਅੱਗੋਂ ਕੁਝ ਨਹੀਂ ਸੀ ਕਹਿੰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਮੇਂ ਦੇ ਨਾਲ ਰਵਾਲਸਰ ਦੇ ਉੱਪਰ ਇੱਕ ਮੀਟਿੰਗ ਵੀ ਬੁਲਾਈ ਵੀ ਆਓ ਸਾਰੇ ਇਕੱਠੇ ਹੋਈਏ, ਗੁਲਾਮੀ ਦੀਆਂ ਜੰਜੀਰਾਂ ਗਲ ਤੋਂ ਉਤਾਰੀਏ। ਉਹਦੇ ਵਿੱਚ 22 ਧਾਰ ਦੇ ਰਾਜੇ ਵੀ ਸੱਦੇ, ਉਹਦੇ ਤੋਂ ਰਾਜਪੂਤ ਵੀ ਸੱਦੇ ਰਾਜਸਥਾਨ ਤੋਂ ਵੀ, ਤੇ ਸੱਚੇ ਪਾਤਸ਼ਾਹ ਜੀ ਨੂੰ 22 ਧਾਰ ਦੇ ਰਾਜਿਆਂ ਨੇ ਤੇ ਕਹਿ ਦਿੱਤਾ ਸੀ ਵੀ ਤੁਸੀਂ ਆਪਣਾ ਧਰਮ ਬਚਾਓ, ਆਪਣੀ ਸਿੱਖੀ ਬਚਾਓ, ਸਾਡੇ ਕੋਲ ਰਾਜ ਨੇ, ਰਿਆਸਤਾਂ ਨੇ, ਸਾਨੂੰ ਜੰਗ ਦੀ ਲੋੜ ਕੋਈ ਨਹੀਂ, ਸਾਨੂੰ ਆਪਣੇ ਧਰਮ ਦੀ ਲੋੜ ਕੋਈ ਨਹੀਂ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੁਲੰਦ ਤਲਵਾਰ ਕਰਕੇ ਤੇ ਮਾਤੇ ਮਤੰਗ ਜਰੇ ਜਰ ਸੰਗ ਇਹ ਸਵਈਏ ਵੀ ਉਚਾਰਨ ਕੀਤੇ, ਤੇ ਸੱਚੇ ਪਾਤਸ਼ਾਹ ਜੀ ਨੇ ਘੋਸ਼ਣਾ ਕੀਤੀ ਵੀ ਅੱਜ ਤੋਂ ਅਸੀਂ ਖਾਲਸਾ ਸਾਜਾਂਗੇ, ਸਿੰਘ ਪਦ ਪਿੱਛੇ ਲਗਾਵਾਂਗੇ, ਘੋੜੇ, ਨੇਜੇ, ਨਿਸ਼ਾਨ ਤੇ ਨਗਾਰੇ, ਇਹ ਸਾਰਾ ਕੁਝ ਸਾਜਾਂਗੇ। ਤਾਂ ਗੁਰੂ ਗਰੀਬ ਨਵਾਜ਼ ਜੀ ਨੇ ਫਿਰ ਜਿਹੜੇ ਦੱਬੇ ਕੁਚਲੇ ਲੋਕ ਸਨ ਉਹਨਾਂ ਵਿੱਚ ਜਾਗਰਤੀ ਲਿਆਉਣ ਲਈ ਮਹਾਰਾਜ ਨੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਵੀ ਕੀਤੀ, ਜਿਵੇਂ ਜਗ੍ਹਾ ਧਰਮ ਹਿੰਦੂਕ, ਜੋ ਹਿੰਦੂ ਧਰਮ ਹੈ ਇਹਦੇ ਵਿੱਚ ਜਾਗਰਤੀ ਆਵੇ। ਤੇ ਜਾਗਰਤੀ ਲਿਆਉਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਅਵਤਾਰਾਂ ਦੀਆਂ ਕਥਾਵਾਂ ਵੀ ਲਿਖੀਆਂ ਕਿ ਦੇਖੋ ਤੁਹਾਡੇ ਜਿਹੜੇ ਅਵਤਾਰ ਨੇ ਉਹਨਾਂ ਦੇ ਕਰੈਕਟਰ ਦੇਖੋ,
ਉਹਨਾਂ ਨੇ ਕਿੰਨੇ ਯੁੱਧ ਕੀਤੇ ਨੇ, ਜਹਾਦ ਕੀਤੇ ਨੇ। ਜਿਹੜੀ ਦੇਵੀ ਦੀ ਤੁਸੀਂ ਪੂਜਾ ਕਰਦੇ ਹੋ, ਦੇਵੀ ਸ਼ਾਂਤਮਈ ਨਹੀਂ ਸੀ, ਉਹ ਜ਼ਬਰ ਤੇ ਜ਼ੁਲਮ ਸਹਾਰਨ ਵਾਲੀ ਨਹੀਂ ਸੀ, ਉਹ ਰਣ ਤੱਤੇ ਵਿੱਚ ਦੁਸ਼ਮਣਾਂ ਦੇ ਆਉ ਲਾਉਣ ਵਾਲੀ ਸੀ। ਤੇ ਗੁਰੂ ਗਰੀਬ ਨਵਾਜ ਜੀ ਨੇ ਇਸ ਤਰੀਕੇ ਦੇ ਨਾਲ ਬਾਣੀ ਉਚਾਰ ਕੇ ਤਾਂ ਹਿੰਦੂ ਲੋਕਾਂ ਦੇ ਵਿੱਚ ਜਾਗਰਤੀ ਲਿਆਂਦੀ। ਰਮਾਇਣਾ 3 ਨੇ, ਇੱਕ ਤੁਲਸੀਦਾਸ ਦੀ ਹੈ, ਇੱਕ ਵਾਲਮੀਕ ਜੀ ਦੀ ਹੈ, ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ। ਭਾਵੇਂ ਹੈ ਤੇ ਹੋਰ ਵੀ ਬਹੁਤ, ਪਰ 3 ਪ੍ਰਮੁੱਖ ਨੇ। ਵਾਲਮੀਕ ਜੀ ਦੀ ਰਮਾਇਣ ਵਿੱਚ ਵੀ ਬਹੁਤਾ ਵੀਰ ਰਸ ਨਹੀਂ, ਸ਼ਾਂਤ ਰਸ ਹੀ ਹੈ। ਤੁਲਸੀਦਾਸ ਜੀ ਦੀ ਰਮਾਇਣ ਪੜ੍ਹ ਕੇ ਬੰਦਾ ਤਲਵਾਰ ਰੱਖ ਦਿੰਦਾ ਤੇ ਮਾਲਾ ਪਕੜ ਕੇ ਜੈ ਸਿਆ ਰਾਮ, ਜੈ ਸਿਆ ਰਾਮ ਜਪਣ ਲੱਗ ਜਾਂਦਾ ਹੈ। ਭਗਤੀ ਨਾਲ ਜੁੜ ਜਾਂਦਾ ਹੈ, ਸ਼ਕਤੀ ਨਾਲੋਂ ਟੁੱਟ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਮਾਇਣ ਪੜ੍ਹ ਕਰਕੇ ਜਿਹੜਾ ਬਜ਼ੁਰਗ ਹੈ ਉਹ ਵੀ ਤਲਵਾਰ ਫੜ ਕੇ ਰਣ ਤੱਤੇ ਵਿੱਚ ਜਾ ਖਲੋਂਦਾ ਹੈ ਵੀ ਜਾਂ ਮੈਂ ਮਰ ਜਾਣਾ ਹੈ ਜਾਂ ਮੈਂ ਮਾਰ ਦੇਣਾ ਹੈ। ਜਿਵੇਂ ਕਈ ਤਰਕਵਾਦੀ ਇਹ ਕਹਿੰਦੇ ਨੇ ਕਿ ਦਸਮ ਬਾਣੀ ਦੇ ਅੰਦਰ ਅਵਤਾਰਾਂ ਦੀ ਕਥਾ ਦਾ ਬੜਾ ਵਿਸਥਾਰ ਕੀਤਾ ਗਿਆ, 24 ਅਵਤਾਰਾਂ ਦੀ ਕਥਾ ਦਾ। ਇਸ ਬਾਰੇ ਥੋੜ੍ਹਾ ਜਿਹਾ ਆਪ ਜੀ ਖੋਲ ਕੇ ਵਰਣਨ ਕਰੋ ਤੇ ਇਹ ਵੀ ਦੱਸੋ ਕਿ ਜਿਹੜੀਆਂ ਇਹ ਅਵਤਾਰਾਂ ਦੀ ਕਥਾ ਹੈ ਇਹ ਮਿਥਿਹਾਸ ਕਹਿ ਸਕਦੇ ਆ ਇਹਨਾਂ ਨੂੰ ਜਾਂ ਇਹਨਾਂ ਨੂੰ ਇਤਿਹਾਸ ਕਹਾਂਗੇ? ਹਾਂਜੀ ਬਿਲਕੁਲ। ਇਹ ਪਹਿਲਾਂ ਤੇ ਆਪਾਂ ਜਿਹੜਾ ਅਵਤਾਰਾਂ ਦੀ ਕਥਾ ਦੀ ਗੱਲ ਹੈ ਜਾਂ ਅਵਤਾਰਾਂ ਦੇ ਨਾਮ ਹੈ, ਇਤਿਹਾਸ ਹੈ ਕਿ ਮਿਥਿਹਾਸ ਹੈ? ਜੀ, ਇਤਿਹਾਸ ਤੇ ਮਿਥਿਹਾਸ 2 ਸ਼ਬਦ ਹੈ। ਮਿਥਿਹਾਸ ਇਤਿਹਾਸ ਦਾ ਮਤਲਬ ਹੈ ਕਿ ਜਿਹੜੀ ਘਟਨਾ ਹੈ ਹੋ ਚੁੱਕੀ ਹੈ, ਪਿੱਛੇ ਸਮਾਪਤ ਹੋ ਗਈ ਹੈ ਜੀ, ਪਰ ਸੀ ਉਹ ਜੀ, ਇਹ ਨਹੀਂ ਵੀ ਉਹ ਹੈ ਹੀ ਨਹੀਂ ਹੈ। ਇਤਿਹਾਸ ਕੋਈ ਸੱਚੀ ਘਟਨਾ ਆ, ਬੀਤ ਚੁੱਕੀ ਘਟਨਾ ਨੂੰ ਇਤਿਹਾਸ ਦਾ ਨਾਮ ਦਿੱਤਾ ਜਾਂਦਾ ਜੀ। ਮਿਥਿਹਾਸ ਜਿਹੜਾ ਮਿਥਿਆ ਸ਼ਬਦ ਹੈ, ਮਿਥਿਆ ਦਾ ਅਰਥ ਝੂਠਾ, ਅਸਤ ਨਹੀਂ ਹੁੰਦਾ। ਮਿਥਿਆ ਦਾ ਅਰਥ ਹੁੰਦਾ ਆ ਵੀ ਉਹ ਚੀਜ਼ ਪ੍ਰਤੀਤ ਹੋ ਰਹੀ ਹੈ, ਵਾਸਤਵਿਕ ਨਹੀਂ ਹੈ, ਪ੍ਰਤੀਤ ਹੋ ਰਹੀ ਹੈ। ਇਹ ਜਿਹੜੀ ਅਵਤਾਰਾਂ ਦੀ ਕਥਾ ਹੈ, ਅਵਤਾਰਾਂ ਦਾ ਜ਼ਿਕਰ ਆ, ਇਹ ਕੇਵਲ ਗੁਰੂ ਗ੍ਰੰਥ, ਕੇਵਲ ਧੰਨ ਪਾਤਸ਼ਾਹ ਮਹਾਰਾਜ ਦੀ ਬਾਣੀ, ਦਸਮ ਪਾਤਸ਼ਾਹ ਦੀ ਬਾਣੀ ਦੀ ਤੇ ਬਾਅਦ ਵਿੱਚ ਗੱਲ ਹੈ। ਪਹਿਲੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਸਾਰੇ ਹੀ ਅਵਤਾਰਾਂ ਦੇ ਨਾਮ ਆਏ ਆ ਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਜੋ ਹੈ ਗੁਰੂ ਰੂਪ ਹੈ, ਬਾਣੀ ਰੂਪ ਹੈ, ਸਤ ਰੂਪ ਹੈ। ਉਹਦੇ ਚ ਰਾਮ ਜੀ ਦਾ ਨਾਮ, ਕ੍ਰਿਸ਼ਨ ਜੀ ਦਾ ਨਾਮ, ਅਵਤਾਰਾਂ ਦੇ ਨਾਮ ਸਾਰਿਆਂ ਦੇ ਆਏ। ਧੰਨ ਧੰਨ ਤੁ ਮਾਤਾ ਦੇਵਕੀ ਜੈ, ਗ੍ਰਹਿ ਰਮਈਆ ਕਮਲਾਪਤੀ ਇਤਿਆਦਿ। ਕੰਸ ਦਾ ਨਾਮ, ਕੰਸ ਦੇ ਉੱਤੇ ਕ੍ਰਿਸ਼ਨ ਜੀ ਦਾ ਨਾਮ। ਉਹਨਾਂ ਨੇ ਕਾਲੀ ਨੂੰ ਜੀ ਦਾਨ ਦਿੱਤਾ, ਕੰਸ ਨੂੰ ਮਾਰਿਆ, ਪੂਤਨਾ ਦਾ ਉਧਾਰ ਕੀਤਾ। ਇਹ ਸਾਰਾ ਇਹਦੇ ਵਿੱਚ ਦੋਨੇ ਚੀਜ਼ਾਂ ਆ। ਅਵਤਾਰਾਂ ਦਾ ਇਹਦੇ ਵਿੱਚ ਪ੍ਰੌੜਤਾ ਵੀ ਹੈ ਜੀ ਵੀ ਧੰਨ ਗੁਰੂ ਨਾਨਕ ਸਾਹਿਬ ਜਾਂ ਗੁਰੂ ਅਰਜਨ ਦੇਵ ਜੀ ਇਹ ਅਵਤਾਰਾਂ ਦਾ ਖੰਡਨ ਨਹੀਂ ਕਰਦੇ, ਪ੍ਰੌੜਤਾ ਕਰਦੇ। ਨਾਲ ਹੀ ਉਹਨਾਂ ਨੇ ਅਵਤਾਰਾਂ ਨੇ ਜੋ ਜੋ ਕੌਤਕ ਕੀਤੇ ਉਹਦੇ ਨਾਲ ਹੀ ਇਤਿਹਾਸ ਦਾ ਸੰਕੇਤ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਵਤਾਰਾਂ ਦੇ ਆਉਣ ਦਾ ਸੰਕੇਤ ਦਿੱਤਾ। ਔਰ ਉਹਨਾਂ ਦੀ ਜਿਹੜੀ ਪ੍ਰੌੜਤਾ ਆ ਉਹ ਫਿਰ ਭੱਟ ਸਾਹਿਬਾਨ ਨੇ ਵੀ ਕੀਤੀ। ਜੇ ਆਪਾਂ ਖੰਡਨ ਮੰਨ ਲਈਏ ਜਾਂ ਮਿਥਿਹਾਸ ਮੰਨ ਲਈਏ ਤੇ ਸਾਡਾ ਜਿਹੜਾ ਨਿਸ਼ਚਾ ਕਿਤੇ ਨਾ ਕਿਤੇ ਉਹਨੂੰ ਚੋਟ ਲੱਗੇਗੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਸਾਡਾ ਨਿਸ਼ਚਾ ਆ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਜਿਹੜਾ ਅਸੀਂ ਨਿਸ਼ਚਾ ਬਣਾਵਾਂਗੇ ਤੇ ਭੱਟ ਸਾਹਿਬਾਨਾਂ ਦੀ ਬਾਣੀ, ਗੁਰੂ ਸਾਹਿਬਾਨਾਂ ਦੀ ਬਾਣੀ ਉਹਨਾਂ ਅਵਤਾਰਾਂ ਦਾ ਸੰਕੇਤ ਕਰਦੀ ਹੈ, ਇਤਿਹਾਸ ਦਾ ਵੀ ਤੇ ਉਹਨਾਂ ਦੇ ਆਉਣ ਦਾ ਵੀ। ਭੱਟ ਸਾਹਿਬਾਨ ਨੇ ਵੀ ਕਿਹਾ ਵੀ ਅਵਤਾਰ ਇੱਕੋ ਹੀ ਸ਼ਬਦ ਹੈ, ਭਾਵੇਂ ਉਹ ਰਾਮ ਜੀ ਵਾਸਤੇ ਵਰਤ ਲਓ, ਭਾਵੇਂ ਉਹ ਕ੍ਰਿਸ਼ਨ ਜੀ ਵਾਸਤੇ ਵਰਤ ਲਓ। ਏਕਤਾ ਦਾ ਜਿਹੜਾ ਸੰਕੇਤ ਹੈ ਭੱਟ ਸਾਹਿਬਾਨਾਂ ਨੇ ਕਰ ਦਿੱਤਾ। ਸਤਿਜੁਗ ਤੇ ਮਾਣਿਓ ਚਲਿਓ ਬਲ ਬਾਵਨ ਭਾਇਓ। ਉਹਨਾਂ ਨੇ ਸਾਰੇ ਅਵਤਾਰਾਂ ਦੀ ਏਕਤਾ ਦਿਖਾਈ। ਅਵਤਾਰ ਸ਼ਬਦ ਦਾ ਅਰਥ ਕੀ ਹੈ? ਮੇਨ ਤੇ ਇਹ ਹੈ ਅਵਤਾਰ ਸ਼ਬਦ ਦਾ ਜਿਹੜਾ ਅਰਥ ਹੈ, ਵਿਉਤਪੱਤੀ ਹੈ, 2 ਧਾਤੂਆਂ ਤੋਂ ਬਣੀ ਹੈ। ਅਵ ਧਾਤੂ ਜਿਹੜੀ ਹੈ ਇਹ ਹੈ ਅਵਤੀ ਭਾਵ ਆਉਣਾ। ਅਵ ਧਾਤੂ, ਅਵਤੀ ਦਾ ਅਰਥ ਹੈ ਆਉਣਾ। ਅਵਤੀ ਫਿਰ ਅੱਗੇ ਹੈ ਰਕਸ਼ਤੀ, ਅੱਗੇ ਰਕਸ਼ਤੀ 2 ਸ਼ਬਦ ਹੈ। ਅਵਤੀ ਭਾਵ ਆਉਣਾ, ਰਕਸ਼ਤੀ ਰਕਸ਼ਾ ਕਰਨਾ। ਅਵਤੀ ਅਵਤਰਨ ਹੋਣਾ, ਰਕਸ਼ਤੀ ਰਕਸ਼ਾ ਕਰਨਾ। ਤੇ ਜਿਹੜਾ ਆ ਕਰਕੇ ਦੁਸ਼ਟਾਂ ਤੋਂ ਆਪਣੇ ਭਗਤਾਂ ਦੀ, ਪਿਆਰਿਆਂ ਦੀ, ਗੁਰਮੁਖਾਂ ਦੀ, ਮਹਾਂਪੁਰਖਾਂ ਦੀ ਰੱਖਿਆ ਕਰੇ ਉਹਨੂੰ ਕਹਿੰਦੇ ਅਵਤਾਰ। ਅਵਤੀ ਰਕਸ਼ਤੀ ਦੁਸ਼ਟੇ ਭਿਓ ਸਵ ਭਗਤਾਨ ਤਾਰਯਤੀ ਤੀ ਅਵਤਾਰਾ। ਇਹ ਅਵਤਾਰ ਸ਼ਬਦ ਦੀ ਵਿਉਤਪੱਤੀ ਹੈ। ਅਵਤੀ ਰਕਸ਼ਤੀ ਦੁਸ਼ਟੇ ਭਿਓ ਸਵ ਭਗਤਾਨ ਤਾਰਯਤੀ ਤੀ ਅਵਤਾਰਾ। ਜੋ ਆ ਕਰਕੇ ਆਪਣੇ ਭਗਤਾਂ ਦੀ, ਦੁਸ਼ਟਾਂ ਤੋਂ ਰੱਖਿਆ ਕਰੇ ਉਹਨੂੰ ਕਹਿੰਦੇ ਅਵਤਾਰ।
ਉਸ ਅਵਤਾਰ ਨੂੰ ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵੀ ਜੋੜੀਏ, ਰਾਮ ਜੀ ਦੇ ਨਾਲ, ਕ੍ਰਿਸ਼ਨ ਜੀ ਦੇ ਨਾਲ, 24 ਅਵਤਾਰਾਂ ਨਾਲ ਜੋੜੋ, ਜਾਂ ਇਹ 10 ਗੁਰੂ ਸਾਹਿਬਾਨਾਂ ਦੇ ਅਵਤਾਰਾਂ ਨਾਲ ਜੋੜੋ। ਜਦੀ ਆਪਾਂ ਕਹੀਏ ਕਿ ਇਹ ਮਿਥਿਹਾਸ ਹੈ, ਜੋ 24 ਅਵਤਾਰਾਂ ਦੀ ਕਥਾ ਹੈ, ਤੇ ਅਵਤਾਰ ਸ਼ਬਦ ਦਾ ਹੀ ਖੰਡਨ ਹੋ ਜਾਏਗਾ, ਅਵਤਾਰ ਸ਼ਬਦ ਹੀ ਮਿਥਿਆ ਹੋ ਜਾਏਗਾ ਜੀ। ਤੇ ਉਹ ਫਿਰ ਆਪਾਂ ਕਿਤੇ ਨਾ ਕਿਤੇ ਆਪਣੇ ਨਿਸ਼ਚੈ ਨੂੰ ਠੇਸ ਲੱਗੇਗੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਵੀ ਅਵਤਾਰ ਹੈ, ਰਾਮ ਕ੍ਰਿਸ਼ਨ ਦੇ ਜੋ ਅਵਤਾਰ ਹੈ। ਕਹਿਣ ਤੋਂ ਮੁਰਾਦ ਹੈ ਕਿ ਇਹ ਜੋ 24 ਅਵਤਾਰਾਂ ਦੀ ਕਥਾ ਹੈ ਨਾ, ਇਸ ਨੂੰ ਆਪਾਂ ਮਿਥਿਹਾਸ ਨਹੀਂ ਮੰਨ ਸਕਦੇ, ਜੀ ਕਿਉਂਕਿ ਅਵਤਾਰ ਸਾਰੇ ਇੱਕ ਹਨ। ਜਿਹੜੇ ਇੱਕ ਹੋਰ ਸੰਕੇਤ ਕਦੀ ਆਪ ਜੀ ਦੇਖੋਗੇ ਸੂਰਜ ਪ੍ਰਕਾਸ਼ ਦੇ ਵਿੱਚ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਦੋਂ ਜਾ ਕਰਕੇ ਮਥੁਰਾ ਦੀ ਗੱਲ ਕਰਦੇ ਨਾ, ਜਿੱਥੇ ਮਥੁਰਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ, ਉੱਥੇ ਮਹਾਰਾਜ ਜੀ ਨੇ ਜਾ ਕਰਕੇ ਜਦੋਂ ਆਸਣ ਲਾਇਆ ਮਥੁਰਾ ਦੀ ਧਰਤੀ ਤੇ ਜਿੱਥੇ ਕੰਸ ਨੂੰ ਮਾਰਿਆ, ਜਿੱਥੇ ਯੁੱਧ ਕੀਤਾ ਕੇਸੀ ਕੰਸ ਨਾਲ, ਜਿੱਥੇ ਯੁੱਧ ਕੀਤਾ, ਉਹ ਸਾਰੇ ਸਥਾਨਾਂ ਦੀ ਮਹਾਰਾਜ ਜੀ ਨੇ ਦਰਸ਼ਨ ਕੀਤੇ ਤੇ ਕਰਾਏ। ਉੱਥੇ ਦੀ ਕਈ ਐਸੀਆਂ ਕਥਾਵਾਂ ਭਾਈ ਸਾਹਿਬ ਨੇ ਲਿਖੀਆਂ ਵੀ ਅੰਤ ਤੇ ਭਾਈ ਸਾਹਿਬ ਲਿਖਦੇ ਆ ਵੀ ਜਿੱਥੇ ਕੰਸ ਨੂੰ ਮਾਰਿਆ, ਜਿੱਥੇ ਮੱਲ ਯੁੱਧ ਹੋਇਆ, ਜਿੰਨੀ ਕਹਿੰਦੇ ਲੀਲਾ ਕੀਤੀ ਆਪ ਹੀ ਕੀਤੀ ਹੈ ਤੇ ਆਪ ਹੀ ਦੇਖ ਰਿਹਾ। ਇਹ ਭਾਈ ਸੰਤੋਖ ਸਿੰਘ ਜੀ ਲਿਖਦੇ ਭਈ ਆਪ ਹੀ ਇੱਥੇ ਕੰਸ ਨੂੰ ਮਾਰ ਰਿਹਾ, ਆਪ ਹੀ ਲੀਲਾ ਕਰ ਰਿਹਾ ਤੇ ਆਪ ਹੀ ਇੱਥੇ ਆਪਣੀ ਲੀਲਾ ਦਾ ਸਿੱਖਾਂ ਨੂੰ ਦਰਸ਼ਨ ਕਰਾ ਰਿਹਾ। ਇੱਥੋਂ ਪ੍ਰਤੀਤ ਹੁੰਦਾ ਆ ਵੀ ਇਸ ਨੂੰ ਆਪਾਂ ਮਿਥਿਹਾਸ ਨਹੀਂ ਮੰਨ ਸਕਦੇ, ਇਹ ਸੱਚੀ ਘਟਨਾ ਹੈ, ਇਤਿਹਾਸ ਹੈ। ਉਹ ਤੇ ਇਤਿਹਾਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ। ਉਸ ਸੰਕੇਤ ਨੂੰ ਵਿਸਤਾਰਤ ਕੀਤਾ ਮਹਾਰਾਜ ਨੇ 24 ਅਵਤਾਰਾਂ ਦੀ ਕਥਾ। ਵਾਹ ਜੀ ਵਾਹ, ਬਹੁਤ ਵਧੀਆ ਤਰੀਕੇ ਦੇ ਨਾਲ ਆਪ ਜੀ ਨੇ ਬਿਆਨ ਕੀਤਾ। ਗਿਆਨੀ ਗੁਰਵਿੰਦਰ ਸਿੰਘ ਜੀ, ਜੋ ਦਸਮ ਬਾਣੀ ਦਾ ਜੋ ਪ੍ਰਕਾਸ਼ ਹੈ ਅਤੇ ਜੋ ਅਖੰਡ ਪਾਠ, ਅਖੰਡ ਜਾਪ, ਇਹ ਕਦੋਂ ਤੋਂ ਸ਼ੁਰੂ ਹੋਏ? ਦਸਮ ਗੁਰੂ ਗ੍ਰੰਥ ਸਾਹਿਬ ਜੀ ਇਹਦੇ ਪ੍ਰਕਾਸ਼ ਦੀ ਅਤੇ ਇਸ ਗ੍ਰੰਥ ਦੇ ਅਖੰਡ ਜਾਪ ਦੀ ਜੋ ਗੱਲ ਹੈ, ਉਹ ਗੁਰੂ ਕੇ ਪੰਥ ਖਾਲਸੇ ਦੇ ਵੇਲੇ ਪ੍ਰਾਰੰਭ ਹੋਈ। ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਵਿੱਚ ਜੋ ਭਾਸ਼ਾ ਵਿਭਾਗ ਤੋਂ ਪੰਥ ਪ੍ਰਕਾਸ਼ ਸ਼ਬਦਾ ਹੈ, ਉਹਦੇ ਵਿੱਚ ਦਾਸ ਨੇ ਇਹ ਗੱਲ ਪੜ੍ਹੀ ਹੈ ਕਿ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਾਵਨ ਗੁਰਬਾਣੀ ਵੀ ਕਲਿਆਣਕਾਰੀ ਹੈ, ਵੱਡੇ ਸਤਿਗੁਰਾਂ ਦੀ ਗੁਰਬਾਣੀ ਦੇ ਤੁਲ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਨਿਮਰਤਾ ਵਸ ਹੋ ਕਰਕੇ, ਜਿਵੇਂ ਮਹਾਰਾਜ ਸਾਹਿਬ ਜੀ ਨੇ ਲਿਖਿਆ ਹੈ, ਮੋਖੋ ਦਾਸ ਤਮਨ ਕਾ ਜਾਨੋ, ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਵਿੱਚ ਨਿਮਰਤਾ ਦੇਖਣ ਨੂੰ ਮਿਲਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸੋ ਕਿਆ ਰੀਸ, ਨਾਨਕ ਨੀਚ ਕਹਿ ਵਿਚਾਰ। ਐਸਾ ਜੋ ਨਿਮਰਤਾ ਦਾ ਪੰਧ ਚਲਾਇਆ, ਉਸ ਪੰਧ ਦੇ 10ਵੇਂ ਪਾਤਸ਼ਾਹ ਜੀ ਪਾਂਧੀ ਸਨ। ਤੇ ਆਪ ਜੀ ਕਹਿਣ ਲੱਗੇ ਵੀ ਜੋ ਇਹ ਬਾਣੀ ਹੈ ਸਾਡੀ, ਇਹ ਵੱਡੇ ਸਤਿਗੁਰਾਂ ਦੇ ਤੁਲ ਨਹੀਂ ਹੈ। ਵੱਡੇ ਸਤਿਗੁਰੂ ਸਾਹਿਬ ਜੀ ਦੀ ਗੁਰਬਾਣੀ ਸਤਿਕਾਰਯੋਗ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਿਮਰਤਾ ਦੇ ਪਾਂਧੀ ਸਨ ਜੀ। ਤੇ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਦੇ ਉੱਪਰ ਚੱਲਦੇ ਆਏ ਜੀ। ਸੱਚੇ ਪਾਤਸ਼ਾਹ ਜੀ ਨੇ ਆਪਣੀ ਨਿਮਰਤਾ ਦਿਖਾਈ ਤੇ ਕਹਿਣ ਲੱਗੇ, ਵੱਡੇ ਸਤਿਗੁਰਾਂ ਦੀ ਗੁਰਬਾਣੀ ਸਤਿਕਾਰਯੋਗ ਹੈ ਅਤੇ ਮੇਰੀ ਗੁਰਬਾਣੀ ਕਲਿਆਣਕਾਰੀ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੇ ਜੇ ਅਰਦਾਸ ਕੀਤੀ ਹੈ, ਅੱਜ ਸਾਰਾ ਹੀ ਸਿੱਖ ਜਗਤ ਕਰਦਾ ਹੈ। ਪ੍ਰਥਮ ਭਗਉਤੀ ਸਿਮਰ ਕੈ ਤੋਂ ਸ਼ੁਰੂ ਹੋ ਕਰਕੇ ਸਭ ਥਾਈਂ ਹੋਏ ਸਹਾਏ ਤੱਕ ਅਰਦਾਸ 10ਵੇਂ ਪਾਤਸ਼ਾਹ ਜੀ ਨੇ ਲਿਖੀ ਹੈ। ਇਹਦੇ ਵਿੱਚ 10ਵੇਂ ਪਾਤਸ਼ਾਹ ਜੀ ਦਾ ਨਾਮ ਨਹੀਂ ਹੈ। ਜਦੋਂ ਸੱਚੇ ਪਾਤਸ਼ਾਹ ਜੀ ਆਸਣਾ ਸਿੰਘਾਸਣਾ ਤੇ ਸਦਾ ਲਈ ਵਿਰਾਜਮਾਨ ਹੋ ਗਏ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ, ਉਸ ਵਕਤ ਪੰਥ ਖਾਲਸੇ ਨੇ ਇਹ ਗੱਲ ਵਿਚਾਰੀ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਅਰਦਾਸ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਤਾਂ ਸੱਚੇ ਪਾਤਸ਼ਾਹ ਜੀ ਦਾ ਨਾਮ ਅਰਦਾਸ ਵਿੱਚ ਸ਼ਾਮਲ ਕੀਤਾ ਗਿਆ। ਗਿਆਨੀ ਹਰਦੀਪ ਸਿੰਘ ਜੀ ਜੋ ਦਾਸ ਦੇ ਵਿਦਿਆ ਗੁਰੂ ਨੇ, ਉਹਨਾਂ ਨੇ ਪਹਿਲਾਂ ਵੀ ਦੱਸਿਆ ਹੈ ਕਿ ਭਾਈ ਮਣੀ ਸਿੰਘ ਸਾਹਿਬ ਜੀ ਨੇ ਇਹ ਵਿਚਾਰ ਕੀਤੀ ਕਿ 10ਵੇਂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਵੀ ਗੁਰੂ ਹੈ ਅਤੇ ਇਸ ਗੁਰਬਾਣੀ ਨੂੰ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ਣਾ ਚਾਹੀਦਾ ਹੈ। ਤਾਂ ਭਾਈ ਮਣੀ ਸਿੰਘ ਸਾਹਿਬ ਜੀ ਨੇ ਇੱਕ ਐਸੀ ਬੀੜ ਤਿਆਰ ਕੀਤੀ ਜਿਹਦੇ ਵਿੱਚ ਆਦਿ ਤੇ 10ਵੇਂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਇਕੱਠੀ ਹੋਈ। ਕੁਝ ਗੁਰੂ ਕੇ ਖਾਲਸੇ ਨੇ, ਗੁਰੂ ਕੇ ਸਿੰਘਾਂ ਨੇ ਇਤਰਾਜ਼ ਕੀਤਾ ਵੀ 10ਵੇਂ ਪਾਤਸ਼ਾਹ ਦੀ ਬਾਣੀ ਅੱਡ ਤੇ ਆਦਿ ਅੱਡ ਚਾਹੀਦੀ ਸੀ। ਇਹਨੂੰ ਲੈ ਕਰਕੇ ਵਿਵਾਦ ਛਿੜਿਆ। ਗੁਰੂ ਕਾ ਖਾਲਸਾ ਬੁੱਢਾ ਜੋੜ ਰਾਜਸਥਾਨ ਵਿੱਚ ਸੀ।
ਉਸ ਵਕਤ ਗੁਰੂ ਕੇ ਪੰਥ ਖਾਲਸੇ ਨੂੰ ਖਬਰ ਦਿੱਤੀ ਵੀ ਮੱਸਾ ਰੰਗੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਹੈ। ਸਿੱਖਾਂ ਨੇ ਗੁਰੂ ਕੇ ਖਾਲਸੇ ਨੇ ਅਰਦਾਸ ਕੀਤੀ ਵੀ ਕਲਗੀਧਰ ਪਾਤਸ਼ਾਹ, ਹੇ ਗੁਰੂ ਨਾਨਕ ਸਾਹਿਬ ਜੀ, ਅਕਾਲ ਪੁਰਖ ਪਰਮੇਸ਼ਰ ਜੀ, ਜੇ ਆਪ ਜੀ ਦੀ ਪਾਵਨ ਗੁਰਬਾਣੀ ਤੁਲ ਹੈ, ਗੁਰੂ ਨਾਨਕ ਸਾਹਿਬ ਜੀ ਦਾ ਜਪਜੀ ਤੇ 10ਵੇਂ ਪਾਤਸ਼ਾਹ ਜੀ ਦਾ ਜਾਪ ਇੱਕ ਬਰਾਬਰ ਹੈ, ਇਕੱਠਾ ਪ੍ਰਕਾਸ਼ ਹੋਣਾ ਚਾਹੀਦਾ ਏ। ਇਹ ਗੁਰੂ ਕੇ ਸਿੰਘ ਜਾਨ ਤੇ ਮੱਸੇ ਦੇ ਸਿਰ ਦਾ ਖਿੱਦੋ ਖੂੰਡੀ ਵਾਂਗ ਖੇਡਦਿਆਂ ਹੋਇਆਂ ਇੱਥੇ ਮੁੜ ਕੇ ਆ ਜਾਣ। ਗੁਰੂ ਕੇ ਸਿੰਘ ਗਏ, ਮੱਸੇ ਦਾ ਸਿਰ ਕੱਟਿਆ ਅਤੇ ਖਿੱਦੋ ਖੂੰਡੀ ਵਾਂਗ ਖੇਡਦੇ ਹੋਏ ਉਹ ਜਿੱਥੇ ਖਾਲਸੇ ਦਾ ਦਰਬਾਰ ਸਜਿਆ ਸੀ ਉੱਥੇ ਪਹੁੰਚੇ। ਗੁਰੂ ਕੇ ਪੰਥ ਖਾਲਸੇ ਨੇ ਜਕਾਰੇ ਗਜਾਏ, ਅਰਦਾਸ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ 10ਵੇਂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਪ੍ਰਕਾਸ਼ ਕੀਤਾ ਗਿਆ। ਪਹਿਲਾ ਪ੍ਰਕਾਸ਼ ਉੱਥੇ ਹੋਇਆ। ਫਿਰ ਗੁਰੂ ਖਾਲਸਾ ਜੀ ਤਖਤ ਸ੍ਰੀ ਦਮਦਮੇ ਸਾਹਿਬ ਦੇ ਉੱਪਰ ਗੁਰੂ ਕਾ ਪੰਥ ਖਾਲਸਾ ਇਕੱਤਰਿਤ ਹੋਇਆ। ਗੁਰੂ ਕੇ ਪੰਥ ਖਾਲਸੇ ਨੇ ਖੁਸ਼ੀਆਂ ਦੇ ਵਿੱਚ ਆਦਿ ਦਰਬਾਰ ਦੇ ਤੇ 10ਵੇਂ ਦਰਬਾਰ ਦੇ ਅਖੰਡ ਜਾਪ ਰੱਖੇ। ਪਹਿਲਾ ਅਖੰਡ ਜਾਪ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਇਆ। ਫਿਰ ਗੁਰੂ ਖਾਲਸਾ ਜੀ ਜਦੋਂ 1947 ਦਾ ਵੇਲਾ ਆਇਆ, ਦੋਨਾਂ ਮੁਲਕਾਂ ਦੀ ਵੰਡ ਹੋਈ, ਬਹੁਤ ਸਾਰੀ ਕਟਾ ਵੱਢੀ ਹੋਈ। ਉਸ ਵਕਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਉਹਨੇ ਵਿਚਾਰ ਕੀਤੀ ਵੀ ਇਹ ਕਟਾ ਵੱਢੀ ਬਹੁਤ ਹੋ ਰਹੀ ਹੈ ਤੇ ਸਾਨੂੰ 10ਵੇਂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਅਤੇ ਸ਼ਹੀਦਾਂ ਸਿੰਘਾਂ ਦੀ ਸਹਾਇਤਾ ਮੰਗਣੀ ਚਾਹੀਦੀ ਹੈ ਤੇ ਸ਼ਹੀਦਾਂ ਦੀ ਭੇਟ ਨਾਰੀਅਲ, ਕੇਲੇ ਆਦਿਕ ਝਟਕਣੇ ਚਾਹੀਦੇ ਨੇ। ਵੀਰ ਰਸ ਨੂੰ ਜਗਾਉਣਾ ਚਾਹੀਦਾ ਹੈ। ਉਸ ਸਮੇਂ ਤੋਂ ਫਿਰ ਇਹ 10ਮ ਜੀ ਦਾ ਜਦੋਂ ਪਾਠ ਰੱਖਦੇ ਨੇ ਨਿਹੰਗ ਸਿੰਘਾਂ ਵਿੱਚ ਤੇ ਨਾਰੀਅਲ, ਕੇਲੇ ਤੇ ਆਦਿਕ ਦਾ ਝਟਕਾ ਕਰਨਾ ਸ਼ੁਰੂ ਹੋ ਗਿਆ। ਇੱਥੇ ਗਿਆਨੀ ਜੀ ਇਹ ਵੀ ਸਵਾਲ ਇੱਕ ਪੁੱਛਣਾ ਚਾਹਾਂਗੇ, ਜਿਵੇਂ ਆਪ ਜੀ ਨੇ ਨਿਹੰਗ ਸਿੰਘ ਜਥੇਬੰਦੀ ਦੀ ਗੱਲ ਕੀਤੀ ਹੈ, ਨਿਹੰਗ ਸਿੰਘ ਜਥੇਬੰਦੀ ਦੇ ਵਿੱਚ ਸਰਬ ਲੋਕ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਬਰਾਬਰ ਕੀਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਬਹੁਤ ਹੈ। ਜਿਵੇਂ ਪ੍ਰੇਮ ਅੰਬੋਧ ਗ੍ਰੰਥ ਹੈ, ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਭਗਤਾਂ ਦੀ ਬਾਣੀ ਲਿਖੀ ਹੈ, ਭਗਤਾਂ ਦਾ ਜੀਵਨ ਕਰੈਕਟਰ ਲਿਖਿਆ ਹੈ। ਜਿਵੇਂ ਅਵਤਾਰ ਸ਼ਬਦ ਸੰਤ ਗਿਆਨੀ ਦਰਸ਼ਨ ਸਿੰਘ ਜੀ ਨੇ ਦੱਸਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ ਕਮਲਾਪਤੀ ਹੈ, ਕ੍ਰਿਸ਼ਨ ਹੈ, ਵਿਸ਼ਨ ਹੈ, ਕੰਸ ਹੈ, ਕੇਸੀ ਹੈ, ਚੰਡੂਰ ਹੈ। ਇਹਨਾਂ ਸਾਰਿਆਂ ਦਾ ਇਤਿਹਾਸ ਪੜ੍ਹਨਾ ਹੋਵੇ ਤੇ ਸਾਨੂੰ 10ਮ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲ ਜਾਂਦਾ ਹੈ ਵੀ ਇਹ ਕਿਹੜੇ ਕਿਹੜੇ ਪਾਤਰ ਕਰੈਕਟਰ ਸਨ, ਇਹਨਾਂ ਦੇ ਕੌਣ ਸਨ, ਇਹਨਾਂ ਦਾ ਕੀ ਜੀਵਨ ਸੀ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਗੁਰਬਾਣੀ ਹੈ, ਕਬੀਰ ਸਾਹਿਬ ਹੈ, ਰਵਿਦਾਸ ਹੈ, ਇਸੇ ਤਰ੍ਹਾਂ ਧੰਨਾ ਜੀ ਨੇ, ਸਦਨਾ ਜੀ ਨੇ, ਸੈਨ ਨੇ, ਪੀਪਾ ਜੀ ਨੇ। ਇਹਨਾਂ ਦਾ ਜੀਵਨ ਕਰੈਕਟਰ ਪੜ੍ਹਨਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੇਮ ਅੰਬੋਧ ਨਾਮ ਦਾ ਗ੍ਰੰਥ ਲਿਖਿਆ ਹੈ, ਜੋ ਦਾਸ ਦੇ ਕੋਲ ਸਰਬਲੋ ਬੁੰਗਾ ਵਿੱਚ ਹੱਥ ਲਿਖਤ ਸ਼ੁਭਾਇਮਾਨ ਹੈ, ਪਰਚੀਆਂ ਭਗਤਾਂ ਕੀਆਂ। ਤੋ ਸੱਚੇ ਪਾਤਸ਼ਾਹ ਜੀ ਨੇ 1753-54 ਦੇ ਨੇੜੇ ਸ਼ਾਇਦ ਇਹ ਗ੍ਰੰਥ ਲਿਖਿਆ ਹੈ, ਬਿਕਰਮੀ ਸੰਮਤ ਉਹਦੇ ਉੱਪਰ ਲਿਖੀ ਹੋਈ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ 10ਮ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਉੱਥੇ ਸਰਬਲੋ ਗ੍ਰੰਥ ਵੀ ਲਿਖਿਆ। ਸਰਬਲੋ ਗ੍ਰੰਥ ਮਹਾਰਾਜ ਸਾਹਿਬ ਨੇ ਕੁਝ ਬਾਣੀ ਅਨੰਦਪੁਰ ਸਾਹਿਬ, ਕੁਝ ਗੁਰਬਾਣੀ ਮੁਕਤਸਰ ਸਾਹਿਬ, 40 ਨਰ ਇਹ ਬੀਜ ਖਾਲਸੇ, ਮੁਕਤੇ ਪਾਵਨ ਸਿੰਘ ਬਲੀ, ਇਸੇ ਤਰ੍ਹਾਂ ਕੁਝ ਦਮਦਮੇ ਸ਼੍ਰੀ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਪ੍ਰੇ, ਪੰਚਮ ਖਾਲਸਾ ਸਤਿਗੁਰ ਪੂਰਾ ਜਿਨੇ ਪੰਥ ਸੋ ਪੰਥ ਪ੍ਰਗਟਾਏ। ਅਤੇ ਜੋ ਇਹ ਸੰਪੂਰਨਤਾ ਦਾ ਟਿੱਕਾ ਹੈ ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਸਰਬਲੋ ਗ੍ਰੰਥ ਨੂੰ ਦਿੱਤਾ ਹੈ। ਤੋ ਸਰਬਲੋ ਗ੍ਰੰਥ ਵਿੱਚ ਹੀ ਮਹਾਰਾਜ ਨੇ ਲਿਖਿਆ ਹੈ ਅਕਾਲ ਉਸਤਤ ਕੇ ਆਦ ਸ਼ਲੋਕ ਜੀ, ਅਕਾਲ ਪੁਰਖ ਕੀ ਰੱਛਾ। ਜੋ ਅਕਾਲ ਉਸਤਤ ਦੇ ਵਿੱਚ ਮਹਾਰਾਜ ਦੇ ਮੁਖਵਾਕ ਸ਼ਲੋਕ ਹੈ ਜਿਹਦੇ ਵਿੱਚ ਅਕਾਲ ਪੁਰਖ ਕੀ ਰੱਛਾ ਅਮਨ, ਸਰਬਲੋ ਦੀ ਰੱਛਿਆ ਅਮਨ, ਸਰਬਕਾਲ ਜੀ ਦੀ ਰੱਛਿਆ ਅਮਨ, ਸਰਬਲੋ ਜੀ ਦੀ ਸਦਾ ਰਚਿਆ ਅਮਨ। ਅਸੀਂ ਉਸ ਦਾ ਇਹ ਕਰੈਕਟਰ ਲਿਖ ਰਹੇ ਹਾਂ, ਉਸ ਭਗਵਾਨ ਦੇ ਅਵਤਾਰ ਦੀ ਵਿਆਖਿਆ, ਉਹਦਾ ਜੀਵਨ, ਉਹਨੇ ਜੋ ਕੌਤਕ ਕੀਤੇ ਨੇ ਇਸ ਗ੍ਰੰਥ ਵਿੱਚ ਲਿਖ ਰਹੇ ਨੇ। ਇਸ ਗ੍ਰੰਥ ਵਿੱਚ ਹੀ ਮਹਾਰਾਜ ਨੇ ਲਿਖਿਆ ਹੈ ਜੋ ਵਿਸ਼ਨੂੰ ਦਾ ਵੀ ਵਿਸ਼ਨੂੰ ਹੈ, ਉਸ ਦਾ ਮੈਂ ਜ਼ਿਕਰ ਕੀਤਾ ਹੈ, ਉਹ ਸਰਬਲੋ ਹੈ, ਉਹ ਸਰਬਕਾਲ ਹੈ ਤੇ ਉਹ ਲੋਹ ਹੈ। ਇਸ ਤਰੀਕੇ ਦੇ ਨਾਲ ਅਕਾਲ ਪੁਰਖ ਪਰਮੇਸ਼ਰ ਦੇ ਵੱਖ-ਵੱਖ ਨਾਮ ਮਹਾਰਾਜ ਨੇ ਇਸ ਗ੍ਰੰਥ ਵਿੱਚ ਲਿਖੇ ਹਨ। ਤੋ ਨਿਹੰਗ ਸਿੰਘਾਂ ਦੇ ਵਿੱਚ ਇਹ ਤਿੰਨੋਂ ਹੀ ਪ੍ਰਕਾਸ਼ ਹੁੰਦੇ ਨੇ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ 3 ਪ੍ਰਕਾਸ਼ ਹੁੰਦੇ ਰਹੇ ਨੇ। ਮਸਤੂਆਣੇ ਵਾਲੇ ਬੁੰਗੇ ਵਿੱਚ
ਮਾਸਟਰ, ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ ਹੈ, ਉਹਨਾਂ ਨੇ ਆਪਣੀ ਕਿਤਾਬ ਵਿੱਚ ਇਹ ਗੱਲ ਲਿਖੀ ਹੈ। ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਵੀ ਮਾਤਾ ਭਾਗੋ ਜੀ ਦੇ ਸਥਾਨ ਤੇ ਤਿੰਨੇ ਸਰੂਪ ਹੁੰਦੇ ਰਹੇ ਨੇ ਪ੍ਰਕਾਸ਼। ਮਾਸਟਰ ਸੱਦਾ ਸਿੰਘ ਜੀ, ਮਾਸਟਰ ਸੱਦਾ ਸਿੰਘ ਚਲੋ ਕੋਈ ਹੋਇਆ, ਚਲੋ ਕੋਈ ਹੋਵੇ। ਮਾਤਾ ਭਾਗੋ ਜੀ ਦੇ ਪਾਵਨ ਸਥਾਨ ਦੇ ਉੱਪਰ ਵੀ ਹੁਣ ਵੀ ਸਰਬ ਗੁਰੂ ਖਾਲਸਾ ਜੀ ਹੁਣ ਵੀ ਤਿੰਨੇ ਹੀ ਪ੍ਰਕਾਸ਼ ਹੁੰਦੇ ਨੇ। ਸਰਬਲੋ ਜੀ ਦਾ ਪ੍ਰਕਾਸ਼ ਹੁੰਦਾ ਹੈ। ਆਨੰਦਪੁਰ ਸਾਹਿਬ ਵਿੱਚ ਗੁਰਦੁਆਰਾ ਸ਼ਹੀਦੀ ਬਾਗ ਵਿਖੇ ਉੱਥੇ ਵੀ ਤਿੰਨੋਂ ਹੀ ਪ੍ਰਕਾਸ਼ ਹੁੰਦੇ ਨੇ। ਮਾਤਾ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਵੀ ਤਿੰਨੋਂ ਹੀ ਪ੍ਰਕਾਸ਼ ਹੁੰਦੇ ਰਹੇ। ਉੱਥੇ ਬਾਬਾ ਸੁੱਖਾ ਸਿੰਘ ਜੀ ਦਾ ਲਿਖਿਆ ਸਰਬਲੋ ਪ੍ਰਕਾਸ਼ ਗ੍ਰੰਥ ਦਾ ਅਦਭੁਤ ਸਰੂਪ ਸੀ ਜੋ ਸਮੇਂ ਨਾਲ ਗੁੰਮ ਹੋ ਗਿਆ। ਤੇ ਮਾਤਾ ਸਾਹਿਬ ਦੇਵਾ ਜੀ ਦੇ ਪਾਵਨ ਸਥਾਨ ਦੇ ਉੱਪਰ ਵੀ ਤਿੰਨੋਂ ਹੀ ਸਰੂਪ ਪ੍ਰਕਾਸ਼ ਹੁੰਦੇ ਨੇ। ਸੋ ਬਾਬਾ ਸੰਤਾ ਸਿੰਘ ਸਾਹਿਬ ਜੀ 96 ਕਰੋੜੀ, ਉਹਨਾਂ ਨੇ ਜਾਣਿਆ ਕਿ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਲਿਖਤਾਂ ਵਿੱਚ ਹੀ ਹੈ, ਛਾਪੇ ਵਿੱਚ ਨਹੀਂ ਆਈ। ਸਿੰਘ ਸਾਹਿਬ ਜਥੇਦਾਰ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਮਿੱਤ ਸਿੰਘ ਸਾਹਿਬ ਜੀ ਅਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਮਹਾਨ ਗਿਆਨੀ ਜੋ ਤਖਤ ਸਾਹਿਬ ਦੇ ਗੱਦੀ ਨਸ਼ੀਨ ਗਿਆਨੀ ਸਨ ਪੁਰਾਤਨ ਸਮੇਂ ਤੋਂ ਹੀ, ਗਿਆਨੀ ਜਗਜੀਤ ਸਿੰਘ ਜੀ, ਜਿਨ੍ਹਾਂ ਦੇ ਪਾਸੋਂ ਗਿਆਨੀ ਹਰਦੀਪ ਸਿੰਘ ਜੀ ਨੇ ਵਿੱਦਿਆ ਪ੍ਰਾਪਤ ਕੀਤੀ ਹੈ। ਤੇ ਉਹਨਾਂ ਦਾ ਵੀ ਇਹ ਦਿਲੀ ਖਿਆਲ ਸੀ ਕਿ ਸਰਬਲੋ ਪ੍ਰਕਾਸ਼ ਗ੍ਰੰਥ ਨੂੰ ਛਪਵਾਇਆ ਜਾਵੇ। ਬਾਬਾ ਸੰਤਾ ਸਿੰਘ ਸਾਹਿਬ ਜੀ ਨੇ ਇਹ ਬਾਣੀ ਨੂੰ ਛਪਵਾਇਆ, ਇਹਦੇ ਸਰੂਪ ਬਣਾਏ, ਸਟੀਕ ਬਣਾਏ ਤੇ ਫਿਰ ਮਾਤਾ ਸਾਹਿਬ ਦੇਵਾ ਜੀ ਦੇ ਪਾਵਨ ਅਸਥਾਨ ਦੇ ਉੱਪਰ ਇਹ ਸਰੂਪ ਪ੍ਰਕਾਸ਼ ਕਰਕੇ ਤੇ ਤਿੰਨੋਂ ਹੀ ਬੀੜਾਂ ਦੇ ਪ੍ਰਕਾਸ਼ ਕੀਤੇ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਨਿਹੰਗ ਸਿੰਘਾਂ ਦੇ ਗੁਰਦੁਆਰੇ ਨੇ, ਛਾਉਣੀਆਂ ਨੇ, ਉੱਥੇ ਇਸ ਬੀੜ ਦਾ ਪ੍ਰਕਾਸ਼ ਹੁੰਦਾ ਹੈ। ਤਿੰਨ ਬੀੜਾਂ ਪ੍ਰਕਾਸ਼ ਹੁੰਦੀਆਂ ਨੇ। ਉਹ ਹਵਾਲਿਆਂ ਤੇ ਪ੍ਰਮਾਣਾਂ ਦੇ ਨਾਲ ਆਪ ਸਾਰੀਆਂ ਹੀ ਸੰਗਤਾਂ ਨੂੰ ਇਹਨਾਂ ਗੁਣੀ ਜਨਾਂ ਵਿਦਵਾਨਾਂ ਨੇ ਦਸਮ ਗ੍ਰੰਥ ਸਾਹਿਬ ਬਾਰੇ ਜੋ ਆਪ ਦਰਸ਼ਕਾਂ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਸ਼ੰਕੇ ਹੋਣਗੇ ਉਹਨਾਂ ਦਾ ਨਿਵਾਰਨ ਕਰਨ ਦੀ ਕੋਸ਼ਿਸ਼ ਕੀਤੀ ਤੇ ਬੜੀਆਂ ਅਹਿਮ ਗੱਲਾਂ ਜਿਹੜੀਆਂ ਇਤਿਹਾਸਿਕ ਤੇ ਦਸਤਾਵੇਜ਼ੀ ਇਹ ਗੱਲਾਂ ਨੇ ਆਪ ਨਾਲ ਸਾਂਝੀਆਂ ਕੀਤੀਆਂ ਨੇ। ਤੇ ਆਸ ਕਰਦੇ ਹਾਂ ਕਿ ਦਰਸ਼ਕਾਂ ਦੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ, ਭੁਲੇਖੇ, ਭਰਮ, ਉਹ ਦੂਰ ਹੋਏ ਹੋਣਗੇ। ਅਸੀਂ ਇਸ ਵਿਚਾਰ ਗੋਸ਼ਟੀ ਨੂੰ ਸਮਾਪਤ ਇੱਥੇ ਨਹੀਂ ਕਰਾਂਗੇ ਕਿਉਂਕਿ ਅੱਗੇ ਹੀ ਇਸ ਤੋਂ ਬਾਅਦ ਅਗਲਾ ਸੈਸ਼ਨ ਜਿਹੜੋ ਪੁਰਾਤਨ ਬੀੜਾਂ ਦੇ ਨਾਲ ਉਹ ਸ਼ੁਰੂ ਕਰਾਂਗੇ। ਫਿਲਹਾਲ ਦੀ ਘੜੀ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਅਗਲੇ ਹੀ ਸੈਸ਼ਨ ਦੇ ਵਿੱਚ ਆਪ ਸਭ ਸੰਗਤਾਂ ਦੇ ਨਾਲ, ਦਰਸ਼ਕਾਂ ਦੇ ਨਾਲ ਪੁਰਾਤਨ ਬੀੜਾਂ ਬਾਰੇ, ਦਸਮ ਗ੍ਰੰਥ ਸਾਹਿਬ ਦੀਆਂ ਕਿੱਥੇ ਕਿੱਥੇ ਬੀੜਾਂ ਪਈਆਂ ਨੇ ਤੇ ਉਹਨਾਂ ਬੀੜਾਂ ਦੀ ਜੋ ਜਾਣਕਾਰੀ ਹੈ ਉਹਨਾਂ ਬਾਰੇ ਰੂਬਰੂ ਹੋਵਾਂਗੇ ਜੀ। ਉਦੋਂ ਤੱਕ ਲਈ ਆਪ ਸਰਬੱਤ ਦਰਸ਼ਕਾਂ ਦੇ ਪਿਆਰ ਨਾਲ ਫਤਿਹ ਅਰਜ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।